वॉइस ऑफ इंडिया ਤੇ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਨਿਊਜ਼ ਐਂਡ ਵਿਊਜ਼ ਵਿਦ ਡਾਕਟਰ ਸੁਰਜੀਤ ਭੱਟੀ। ਅੱਜ ਦੇ ਪ੍ਰੋਗਰਾਮ ਵਿੱਚ ਵੀ ਅਸੀਂ ਕੌਮੀ ਤੇ ਕੌਮਾਂਤਰੀ ਖਬਰਾਂ ਘਟਨਾਵਾਂ ਦੇ ਉੱਤੇ ਭੱਟੀ ਸਾਹਿਬ ਦੇ ਕੋਲੋਂ ਉਹਨਾਂ ਦੇ ਵਿਚਾਰ ਲਵਾਂਗੇ। ਖਬਰਾਂ ਦਾ ਪੋਸਟਮਾਰਟਮ ਕੀਤਾ ਜਾਊਗਾ ਔਰ ਕੋਸ਼ਿਸ਼ ਕੀਤੀ ਜਾਊਗੀ ਕਿ ਖਬਰ ਦੇ ਪਿੱਛੇ ਕਿਹੜੀ ਖਬਰ ਹੈ, ਕੀ ਸੱਚ ਹੈ ਖਬਰ ਦਾ, ਉਹ ਜਿਹੜਾ ਉਹ ਅਸੀਂ ਆਪਦੇ ਸਰੋਤਿਆਂ ਦੇ ਨਾਲ ਫੇਸਬੁੱਕ ਤੇ YouTube ਤੇ ਪ੍ਰੋਗਰਾਮ ਨੂੰ ਵੇਖਣ ਵਾਲੇ ਜਿਹੜੇ ਸਾਡੇ ਦਰਸ਼ਕ ਹੈ ਉਹਨਾਂ ਦੇ ਨਾਲ ਸਾਂਝਾ ਕੀਤਾ ਜਾਵੇ। ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ। ਇਸ ਤੋਂ ਪਹਿਲਾਂ ਮੈਂ ਉਂਝ ਅੱਜ ਜਿਹੜਾ ਕੈਨੇਡਾ ਡੇ ਹੈ 1 ਜੁਲਾਈ 2021 ਦਾ ਦਿਨ ਸਾਰੇ ਕੈਨੇਡੀਅਨ ਲੋਕਾਂ ਨੂੰ, ਕੈਨੇਡਾ ਦੇ ਨਿਵਾਸੀਆਂ ਨੂੰ ਕੈਨੇਡਾ ਡੇ ਦੀਆਂ ਵਧਾਈਆਂ ਦਿੰਦਾ। ਇਹ ਬੇਸ਼ੱਕ ਇਹਨੂੰ ਫਾਰਮੈਲਿਟੀ ਸਮਝ ਲਿਆ ਜਾਵੇ ਜਾਂ ਨਾ ਸਮਝ ਲਿਆ ਜਾਵੇ, ਕਿਉਂਕਿ ਇਹਦੇ ਨਾਲ ਇੱਕ ਦੁਖਦਾਇਕ ਘਟਨਾ ਜੁੜੀ ਹੋਈ ਹੈ ਜਿਹਦੇ ਬਾਰੇ ਭੱਟੀ ਸਾਹਿਬ ਦੇ ਕੋਲੋਂ ਉਹਨਾਂ ਦੇ ਵਿਚਾਰ ਲਵਾਂਗੇ। ਆਓ ਪਹਿਲਾਂ ਭੱਟੀ ਸਾਹਿਬ ਨੂੰ ਜੀ ਆਇਆਂ ਕਹਿੰਦੇ ਹਾਂ। ਭੱਟੀ ਸਾਹਿਬ ਜੀ, ਸਤਿ ਸ਼੍ਰੀ ਅਕਾਲ, ਵੈਲਕਮ। ਭੱਟੀ ਸਾਹਿਬ, ਜਿਵੇਂ ਮੈਂ ਗੱਲ ਕੀਤੀ ਕੈਨੇਡਾ ਡੇ ਤੇ ਵਧਾਈਆਂ ਖੁੱਲ੍ਹ ਕੇ ਦੇਣ ਨੂੰ ਮਨ ਨਹੀਂ ਕੀਤਾ, ਉਹਦੇ ਪਿੱਛੇ ਕਾਰਨ ਕੀ ਹੈਗਾ ਕਿ ਤੁਸੀਂ ਅੱਜ ਸੁਣਿਆ ਹੋਊਗਾ ਕੈਨੇਡਾ ਦੀ ਰਾਜਧਾਨੀ ਆਟਾਵਾ ਦੇ ਵਿੱਚ ਉੱਥੇ ਡਾਊਨਟਾਊਨ 'ਚ ਪਾਰਲੀਮੈਂਟ ਹਿੱਲ ਜਿਹੜੀ ਹੈ, ਜਿੱਥੇ ਪਾਰਲੀਮੈਂਟ ਹਾਊਸ ਹੈ, ਉੱਥੇ ਆਮ ਤੌਰ ਤੇ ਕੈਨੇਡਾ ਡੇ ਤੇ ਜੀ ਲਾਲ ਸ਼ਰਟਾਂ ਜਿਹੜੀਆਂ ਪਾਈਆਂ ਜਾਂਦੀਆਂ, ਲਾਲ, ਰੈੱਡ ਐਂਡ ਵਾਈਟ। ਇਹ ਪਹਿਲੀ ਵਾਰੀ ਹੋਇਆ ਕਿ ਔਰੰਜ ਕਲਰ ਜਿਹੜਾ ਉਹਦੀਆਂ ਸ਼ਰਟਾਂ ਦਾ ਇੱਕ ਹੜ ਆ ਗਿਆ, ਸਮੁੰਦਰ ਉੱਥੇ ਦੇਖਣ ਨੂੰ ਮਿਲਿਆ ਔਰ ਉਹਨਾਂ ਲੋਕ, ਬਹੁਤ ਸਾਰੇ ਹਜ਼ਾਰਾਂ ਲੋਕ ਉੱਥੇ ਸ਼ਾਮਲ ਹੋਏ ਆ। ਉਹਨਾਂ ਨੇ ਨਾਅਰੇ ਮਾਰੇ ਆ, ਬੜੇ ਗੁੱਸੇ ਭਰੇ ਤਿੱਖੇ ਨਾਅਰੇ ਮਾਰੇ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ, ਸ਼ੇਮ ਔਨ ਕੈਨੇਡਾ, ਨੋ ਪ੍ਰਾਈਡ ਔਨ ਜੈਨੋਸਾਈਡ, ਬ੍ਰਿੰਗ ਦੈਮ ਹੋਮ। ਇਹੋ ਜਿਹੇ ਨਾਅਰੇ ਜਦੋਂ ਇਸ ਤਰੀਕੇ ਦੇ ਲੱਗੇ ਆ, ਇਹਦੇ ਪਿੱਛੇ ਕੀ ਕਾਰਨ ਹੈ? ਇਹੋ ਜਿਹੀ ਕਿਹੜੀ ਘਟਨਾ ਵਾਪਰ ਗਈ, ਇਹੋ ਜਿਹਾ ਕੀ ਕਾਰਨ ਹੋ ਗਿਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਲੋਕੀ ਪਾਰਲੀਮੈਂਟ ਹਾਊਸ ਦੇ ਸਾਹਮਣੇ ਤੇ ਡਾਊਨਟਾਊਨ ਦੇ ਵਿੱਚ ਇਸ ਤਰੀਕੇ ਨਾਲ ਨਾਅਰੇ ਮਾਰ ਰਹੇ ਆ ਕਿ ਨੋ ਕੈਨੇਡਾ ਡੇ, ਕੈਂਸਲ ਕੈਨੇਡਾ ਡੇ? ਕੀ ਹੈ ਜੀ ਕਾਰਨ ਹੈ? ਦੇਖੋ, ਇਹ ਜਦੋਂ ਦਿਨ ਮਨਾਇਆ ਜਾ ਰਿਹਾ ਨਾ ਅੱਜ, ਇਸ ਦਿਨ ਦੇ ਉੱਤੇ ਬੜੀਆਂ ਖੁਸ਼ੀਆਂ ਤੇ ਬਹੁਤ ਕੁਝ ਹੁੰਦਾ ਸੀ। ਪਰ ਅੱਜ ਇੱਕ ਇਹ ਪ੍ਰਸਿੱਧੀ ਆ ਕਿ ਜਦੋਂ ਕੈਨੇਡਾ ਦੀ ਸਰਕਾਰ ਨੇ ਖੁਦ ਵੀ ਝੰਡੇ ਨੀਵੇਂ ਕੀਤੇ ਹੋਣ, ਇੱਕ ਘਟਨਾ ਇੰਨੀ ਸ਼ਰਮਨਾਕ ਘਟਨਾ ਹੋਈ ਆ ਔਰ ਇਤਿਹਾਸ 'ਚ ਕੀ ਵਾਪਰਦਾ ਆ, ਇਤਿਹਾਸ ਦੇ ਵਿੱਚ ਕਿਵੇਂ ਕਾਲਾ ਦੌਰ ਜਿਹੜਾ ਹੈਗਾ ਜਿਹਨੂੰ ਤੋਂ ਪਾਲਿਸ਼ ਕਰਕੇ ਬਹੁਤ ਵਧੀਆ ਤਰੀਕੇ ਨਾਲ ਸਜਾ ਕੇ ਲਿਆਂਦਾ ਜਾਂਦਾ ਸੀ, ਅੱਜ ਉਹ ਸਭ ਕੁਝ ਨੰਗੇ ਰੂਪ 'ਚ ਸਾਹਮਣੇ ਆ ਗਿਆ। ਇਹ ਉਸ ਵੇਲੇ ਮਤਲਬ ਵੱਡੀ ਪੱਧਰ ਦੇ ਉੱਤੇ ਅਫਸੋਸ ਦਾ ਦਿਨ ਮਨਾਇਆ ਜਾ ਰਿਹਾ ਸੀ ਜਦੋਂ 215 ਬੱਚਿਆਂ ਦੇ ਮੰਜ਼ਰ ਮਿਲੇ ਸੀ ਸਿਰਫ। ਤੇ ਹੁਣ ਜਿਹੜੀਆਂ ਬਿਨਾਂ ਨਿਸ਼ਾਨ ਤੋਂ ਕੋਈ ਵੀ ਉੱਥੇ ਨਿਸ਼ਾਨ ਨਹੀਂ ਕਬਰਦਾ, ਉਹ ਧਰਤੀ ਦੇ ਵਿੱਚ ਦਬੀਆਂ ਆ। ਜਦੋਂ ਅੱਜ ਉਹ ਪੁੱਟੀਆਂ ਗਈਆਂ ਤੇ ਉਹਦੇ ਵਿੱਚੋਂ ਵੱਡੀ ਪੱਧਰ ਦੇ ਉੱਤੇ 715 ਦੇ ਸਨਾਖਤੀ ਹੋ ਗਈ ਹੈ ਕਿ ਮੰਜ਼ਰ ਮਿਲੇ ਔਰ ਅਜੇ ਖੋਜ ਜਾਰੀ ਹੈ। ਹੁਣ ਜਿਹੜੇ ਇੱਥੋਂ ਦੇ ਲੀਡਰ ਹੈ ਉਹਨਾਂ ਨੂੰ ਇੰਨਾ ਗੁੱਸਾ ਇਸ ਗੱਲ ਦੇ ਉੱਤੇ ਕਿ ਕਿਉਂਕਿ ਪੁਰਾਣੀਆਂ ਪੀੜ੍ਹੀਆਂ ਨੇ ਜੋ ਜ਼ਬਰ ਨਿਆਏ ਕੀਤੇ ਆ ਉਹ ਬਹੁਤ ਹੱਦ ਤੱਕ ਉਹਨਾਂ ਨੂੰ ਭੁਲਾ ਦਿੱਤੇ ਗਏ ਸੀ ਜਾਂ ਹਾਲਤਾਂ ਨਾਲ ਭੁੱਲ ਗਏ ਸੀ, ਪਰ ਅੱਜ ਫਿਰ ਜ਼ਖਮ ਜਿਹੜੇ ਆ ਉਹ ਤਾਜ਼ਾ ਹੋ ਗਏ। ਹੁਣ ਇਹ ਉਹ ਜਿਹੀ ਪ੍ਰਸਿੱਧੀ ਹੈ ਕਿ ਜੇ ਘਰ ਦੇ ਵਿੱਚ ਲਾਸ਼ਾਂ ਪਈਆਂ ਹੋਣ, ਤੀਜੇ ਪਏ ਹੋਣ ਬਜ਼ੁਰਗਾਂ ਦੇ ਉੱਤੇ ਹੋਣ ਤਾਂ ਉੱਥੇ ਕੋਈ ਖੁਸ਼ੀ ਤਾਂ ਹੋ ਨਹੀਂ ਸਕਦੀ ਨਾ। ਨੰਬਰ 2, ਔਰ ਕੈਨੇਡਾ ਡੇ ਨੂੰ ਇਹ ਵੀ ਨਹੀਂ ਕਰ ਸਕਦੇ ਸੀ ਕਿ ਅਸੀਂ ਮਨਾਈਏਗਾ। ਇਸ ਕਰਕੇ ਇਹਦੇ ਵਿੱਚ ਪਹਿਲੀ ਘਟਨਾ ਹੋਈ ਆ ਕੈਨੇਡਾ ਦੇ ਇਤਿਹਾਸ ਦੇ ਵਿੱਚ ਕਿ ਜਦੋਂ ਜਿਹੜਾ ਇਹਨਾਂ ਦੀ ਆਜ਼ਾਦੀ ਦਾ ਦਿਨ ਹੈ ਉਹ ਇਸ ਢੰਗ ਦੇ ਨਾਲ ਹੋਵੇ ਕਿ ਹਜ਼ਾਰਾਂ ਹੀ ਲੋਕ ਪਾਰਲੀਮੈਂਟ ਏਰੀਏ ਦੇ ਵਿੱਚ ਇਕੱਠੇ ਹੋ ਗਏ ਸਾਹਮਣੇ ਔਰ ਵੱਡਾ ਲੰਬਾ ਜਲੂਸ ਸੀ, ਇਹ ਖਾਣਾ ਸੀ ਔਰ ਲੋਕਾਂ ਦੇ ਦਾ ਗੁੱਸਾ ਸੀ ਕਿ ਅਸੀਂ ਕਾਹਦੀ ਖੁਸ਼ੀ ਮਨਾਈਏ। ਔਰ ਇਹ ਚੀਜ਼ ਜਿਹੜੀ ਹੈ ਦੁਨੀਆ ਵੀ ਦੇਖ ਰਹੀ ਹੈ ਔਰ ਹੁਣ ਇਸ ਤੋਂ ਵੱਡਾ ਗੁੱਸਾ ਸ਼ਾਇਦ ਉਹ ਗੁੱਸਾ ਘੱਟ ਜਾਂਦਾ ਕਿ ਕੈਬਨਿਟ ਸੈਕਟਰ ਮਾਫੀ ਮੰਗਦੀ। ਠੀਕ ਹੈ, ਪਰ ਉਹਨਾਂ ਨੇ ਹਰ ਤਰ੍ਹਾਂ ਦੀ ਸਿਹਰ ਹੈ, ਉਹਨਾਂ ਵਿੱਚ ਪਤਾ ਨਹੀਂ ਕਿਹੜੀ ਰੂਹ ਵਸੀ ਹੋਈ ਆ। ਉਹ ਜਿਹੜਾ ਹੈਗਾ ਉਹਨੇ ਮਤਲਬ ਮਾਫੀ ਮੰਗਣ ਤੋਂ ਤਾਂ ਹੀ ਕਰ ਦਿੱਤੀ, ਮਹਿਸੂਸ ਨਹੀਂ ਕੀਤਾ।
ਹੋਇਆ कि गर्मी वाला जिहड़ा मसला, गर्मी इन्नी कदी हुई नहीं, इन्नी कहर दी गर्मी सारे सूबे सारे प्रोविंसेस जिहड़ी खबरां आ रही और रुकण दा नाम नहीं ले रही। गर्मी दे नाल किन्नियां मौतां हो गईयां और BC विच जिथे तुसीं रहिंदे आ उत्थे सब तो वध मौतां होईयां। और उत्थे एक पता लगा जी एक छोटा जिहा पिंड है, लिटन पिंड दा नाम, 250 की सारी आबादी है जी, छोटा जिहा पिंड है, 15 मिनटां च पिंड सड़ के सुआह हो गया। ये तरीका इस तरीके नाल जिद्दां ये सारा कुछ वापर रहा, ये भी इतिहास विच पहली बारी होया। ਇਹਦੇ ਕੀ ਕਾਰਨ ਲੱਗਦੇ ਆ ਜੀ? ਮੋਟੇ ਤੌਰ ਤੇ ਗਰਮੀ ਇੰਨੀ ਪੈਣ ਦੇ ਕਾਰਨ, ਇੰਨੀਆਂ ਮੌਤਾਂ ਹੋਣ ਦੇ ਕਾਰਨ ਕੀ ਲੱਗਦੇ? ਦੇਖੋ ਇਹ ਖਬਰ ਬੜੀ ਦੁੱਖ ਵਾਲੀ ਆ। ਕੱਲ ਆਪਾਂ ਜਿਹੜੀ ਗੱਲ ਕੀਤੀ ਸੀ ਉਹਦੇ 134 ਮੌਤਾਂ ਦੀ ਸੀ। ਹਾਂਜੀ ਹਾਂਜੀ। ਪਰ ਅੱਜ ਸਰਕਾਰੀ ਅਧਿਕਾਰੀ ਨੇ ਵੈਨਕੂਵਰ ਦੇ ਵਿੱਚ, ਸਰਕਾਰੀ ਅਧਿਕਾਰੀ ਦਾ ਨਾਮ ਹੈਗਾ ਗਵਰਨਰ, ਉਹਨਾਂ ਨੇ ਜਿਹੜੀ ਮਤਲਬ ਵੈਨਕੂਵਰ 'ਚ ਪ੍ਰੈਸ ਕਾਨਫਰੰਸ ਕੀਤੀ ਆ ਤੇ ਜਿਹੜਾ ਮੈਂ ਬਿਆਨ ਦਿੱਤਾ ਉਹ ਬਹੁਤ ਹੀ ਚੌਂਕਾਉਣ ਦੇਣ ਵਾਲਾ, ਹੈਰਾਨ ਕਰ ਦੇਣ ਵਾਲਾ। ਉਹਨਾਂ ਨੇ ਕਿਹਾ ਜੀ ਕਿ 486 ਲੋਕਾਂ ਦੀ ਅਚਾਨਕ ਮੌਤ ਹੋਈ ਹੈ ਇਸ ਗਰਮੀ ਦੀ ਰਹਿਣ ਨਾਲ। ਠੀਕ ਹੈ ਜਿਹਦੇ ਵਿੱਚ ਵੈਨਕੂਵਰ, ਸਰੀ ਦੇ ਵਿੱਚ ਔਰ ਆਲੇ ਦੁਆਲੇ ਹੋਰ ਵੀ ਸਾਰੇ ਥਾਵਾਂ ਦੇ ਉੱਤੇ ਮਤਲਬ ਇਹ ਅੰਕੜਾ ਜਿਹੜਾ ਅਜੇ ਵੀ ਹੋਰ ਕਰੈਕਟ ਹੋ ਰਿਹਾ। ਉਹਦਾ ਕੀ ਹੈ ਕਿ ਇਹਦੇ 'ਚ ਵੱਡੀ ਗਿਣਤੀ ਦੇ ਵਿੱਚ ਉਹ ਬਜ਼ੁਰਗ ਮਾਰੇ ਗਏ ਆ ਜਿਹੜੇ ਐਮਪੀਸਨ ਘਰਾਂ 'ਚ ਇਕੱਲੇ ਸੀ, ਇਕੱਲੇ ਰਹਿ ਰਹੇ ਸੀ। ਉਹਨਾਂ ਨੂੰ ਮਤਲਬ ਦੇਖਣ ਭਾਲਣ ਵਾਲਾ ਜਾਂ ਉਹਨਾਂ ਦੀ ਕੋਈ ਸਾਥ ਸੁਰਤ ਲੈਣ ਵਾਲਾ ਕੋਈ ਹੈ ਨਹੀਂ ਸੀ ਤੇ ਮਕਾਨਾਂ ਦੇ ਅੰਦਰ ਹੀ ਉਹ ਵਿਚਾਰੇ ਬੈਠੇ ਸੀ। ਤੇ ਜਿਸ ਵੇਲੇ ਲਹਿਰ ਇੰਨੀ ਚੱਲੀ ਆ ਤੇ ਤੁਸੀਂ ਦੇਖੋ ਤਰਸ ਕੇ ਕਿਵੇਂ ਮਰੇ ਹੋਣਗੇ। ਉਹ ਤਾਂ ਬਾਅਦ ਵਿੱਚ ਪਤਾ ਲੱਗਦਾ ਆ ਕਿ ਉਹ ਬੰਦੇ ਬਾਹਰ ਹੀ ਨਹੀਂ ਨਿਕਲੇ ਤੇ ਜਦੋਂ ਘਰਾਂ 'ਚ ਦੇਖਿਆ ਜਾ ਕੇ ਉਹਨਾਂ ਦੀਆਂ ਲਾਸ਼ਾਂ ਚੁੱਕੀਆਂ। ਤੇ ਇਹ ਇੱਕ ਬੜੀ ਮਤਲਬ ਵੱਡੀ ਅਫਸੋਸਨਾਕ ਗੱਲ ਵੀ ਆ ਔਰ ਸੋਚਣ ਲਈ ਮਜਬੂਰ ਵੀ ਕਰ। ਫਿਰ ਇੱਥੋਂ ਜਿੱਥੇ ਅਸੀਂ ਮਤਲਬ ਸਦੀ 'ਚ ਰਹਿ ਰਹੇ ਆ ਜਾਂ ਬੈਂਗਲੀ ਆ ਜਾਂ ਹੋਰ ਕਿੱਥੇ ਪਹਾੜੀ ਇਲਾਕਾ ਜਿੱਥੇ ਲੋਕ ਕਾਫੀ ਖੁਸ਼ੀਆਂ ਮਨਾਉਣ ਜਾਂਦੇ ਸੀ ਤੇ ਪਹਾੜ ਬਰਫਾਂ ਨਾਲ ਵੱਡੇ ਰਹਿੰਦੇ ਸੀ, ਉਹਦੇ ਲਾਗੇ ਨਿੱਕਾ ਜਿਹਾ ਪਿੰਡ ਜਿਹੜਾ ਤੁਸੀਂ ਜ਼ਿਕਰ ਕੀਤਾ ਉਹਦਾ ਨਾਂ ਹੈਗਾ ਲਿਟਨ। ਲਿਟਨ ਦੇ ਬਾਰੇ ਦੇ ਵਿੱਚ ਇਹ ਹੋਇਆ ਕਿ ਇੰਨੀ ਕਹਿਰ ਦੀ ਗਰਮੀ ਨਾਲ ਅੰਦਰ ਲੱਗੀਆਂ ਜੰਗਲ ਨੂੰ ਜੰਗਲ ਦਾ ਹੀ ਪਿੰਡ ਹੈ ਉਹ ਔਰ ਅੰਦਰ ਲੱਗੀਆਂ ਤਾਂ ਉਹਦੇ ਮੇਅਰ ਨੇ ਰਾਤ ਇਮੀਡੀਏਟਲੀ ਉਸ ਇਹ ਸਾਰੇ ਕੁਛ ਤੋਂ ਪਹਿਲਾਂ ਉਹਨੇ ਆਰਡਰ ਕਰਤੇ ਵੀ ਇੱਥੋਂ ਨਿਕਲ ਜਾਓ। ਕਿਵੇਂ ਨਿਕਲ ਜਾਣ, ਕਿੱਥੇ ਚਲੇ ਜਾਣ, ਕਿਵੇਂ ਉਹ ਲੋਕ ਜਿਹੜੇ ਆ ਆਪਣੇ ਬੱਚਿਆਂ ਨੂੰ, ਆਪਣੇ ਕੁਛ ਥੋੜੇ ਬਹੁਤੇ ਸਮਾਨ ਨੂੰ ਲੈ ਕੇ ਦੌੜੇ ਜਾਣ। ਔਰ 90% ਇਹਨਾਂ ਨੇ ਕਿਹਾ ਵੈਸੇ ਸਾਰਾ ਹੀ ਪਿੰਡ ਸੜ ਗਿਆ, ਇਸ ਕੋਈ ਸ਼ੱਕ ਨਹੀਂ। ਸਾਰੇ ਸਰਕਾਰ ਇਹ ਕਹਿੰਦੀ ਕਿ ਜੇ 90% ਸੜ ਗਿਆ ਤਾਂ 10% ਬਚਿਆ ਕੀ ਹੋਊਗਾ ਉਹ ਆਪਾਂ ਅੰਦਾਜ਼ਾ ਲਾ ਸਕਦੇ। ਇਸ ਕਿਸਮ ਦੀਆਂ ਘਟਨਾਵਾਂ ਦਾ ਵਿਵਰਾ ਜਿਹੜਾ ਅਜੇ ਹੌਲੀ ਸਾਰਾ ਨਿਕਲ ਰਿਹਾ ਔਰ ਇਹ ਇੱਕ ਮਤਲਬ ਇਹੋ ਜਿਹੀ ਘਟਨਾ ਆ ਜਿਹੜੀ ਨਾ ਤੇ ਅੱਜ ਪਹਿਲੋਂ ਵਾਪਰੀ ਔਰ ਨਾ ਹੀ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਵਾਪਰੇ ਜੋ ਕੁਝ ਹੋਇਆ। ਹੁਣ ਇਹਦੇ ਵਿੱਚ ਸਾਰਾ ਹੀ ਮਤਲਬ ਪ੍ਰਬੰਧ, ਸਾਰਾ ਹੀ ਪ੍ਰਸ਼ਾਸਨ ਉਹ ਇਸ ਵੇਲੇ ਘੁਟਿਆ ਰਹਿੰਦਾ ਹੈ ਕਿ ਤੁਸੀਂ ਜਿਹੜੀਆਂ ਟੀਮਾਂ ਮਾਰਦੇ ਆ ਤੇ ਸਾਡਾ ਸਿਸਟਮ ਬੜਾ ਚੰਗਾ ਜੀ, ਇਹਦੇ ਵਿੱਚ ਅਸੀਂ ਬੜੇ ਇਮੀਡੀਏਟਲੀ ਪਹੁੰਚ ਜਾਂਦੇ ਆ। ਔਰ ਭਲੇ ਮਾਨਸੋ ਤੁਹਾਡੇ ਕੋਲ ਇਹ ਲਿਸਟਾਂ ਵੀ ਹੈ ਕਿ ਇਕੱਲੇ ਜਿਹੜੇ ਬਜ਼ੁਰਗ ਕਿੱਥੇ ਕਿੱਥੇ ਰਹਿ ਰਹੇ ਮਕਾਨਾਂ ਦੇ ਵਿੱਚ ਤਾਂ ਤੁਸੀਂ ਉਹਦਾ ਪਤਾ ਲੈਣ ਵੀ ਨਾ ਜਾਓ। ਦੇਖੋ ਨਾ ਇਹ ਇੱਕ ਵਾਰੀ ਤੇ ਕਹਿ ਨੂੰ ਟੁੱਟ ਗਿਆ। 4 ਦਿਨ ਲੱਗੇ ਪੂਰੇ, 4-5 ਦਿਨ ਦੀ ਕਹਾਣੀ ਹੈ ਐਂਬੀਸ਼ਨ। ਜਦੋਂ ਸਟਾਰਟਿੰਗ ਹੋਈ ਹੈ ਉਸ ਵੇਲੇ ਵੀ ਅਲਰਟ ਜਾਰੀ ਕਰ ਦਿੱਤੇ। ਜੇ ਤੁਸੀਂ ਅਲਰਟ ਜਾਰੀ ਕਰ ਦਿੰਦੇ ਤਾਂ ਉਹਦਾ ਮਤਲਬ ਇਹ ਤਾਂ ਨਹੀਂ ਹੈ ਕਿ ਅਲਰਟ ਜਾਰੀ ਕਰ ਦਿੱਤਾ ਵੀ ਲੋਕੋ ਚੌਕਸ ਹੋ ਜਾਓ ਤੇ ਇਸ ਢੰਗ ਦੇ ਨਾਲ ਜਿਹੜੀ ਉਹ ਮਤਲਬ ਇੰਨੇ ਟੈਂਪਰੇਚਰ ਦੇ ਵਿੱਚ ਹੋਣਾ ਹੈ ਸਾਰਾ ਕੁਛ ਔਰ ਇੰਨੀ ਕਹਿਰ ਦੀ ਗਰਮੀ ਕਰੀ ਹੈ। ਪਰ ਇੰਤਜ਼ਾਮ ਕੀ ਕੀਤਾ? ਦੇਖੋ ਅਲਰਟ ਦਾ ਮੈਂ ਤਾਂ ਇਹ ਹੁੰਦਾ ਨਾ ਕਿ ਸਰਕਾਰ ਜਿਹੜੀ ਜ਼ਿੰਮੇਵਾਰੀ ਹੈ ਉਹ ਇੰਤਜ਼ਾਮ ਵੀ ਕਰੇ। ਇਹ ਇੱਕ ਤਰੀਕਾ ਹੈ ਕਿ ਜਿਸ ਵੇਲੇ ਮਤਲਬ ਸਾਰੇ ਮਰ ਗਏ ਉਸ ਤੋਂ ਬਾਅਦ ਤੁਸੀਂ ਲਾਸ਼ਾਂ ਲੱਭਦੇ ਫਿਰਦੇ ਇਹਦੇ ਨਾਲ ਤੇ ਕਿਸੇ ਨੂੰ ਹੋਇਆ ਬਹੁਤ ਜ਼ਿਆਦਾ। ਹੁਣ ਸਰਕਾਰ ਜਿਹੜੀ ਹੈ ਉਹ ਜਵਾਬ ਕੋਈ ਨਹੀਂ। ਹਾਲਾਂਕਿ ਜਿਸ ਵੇਲੇ ਅੱਗਾਂ ਵੀ ਲੱਗੀਆਂ, ਜੰਗਲ ਨੂੰ ਅੱਗਾਂ ਲੱਗੀਆਂ, ਇਹ ਤਾਂ ਪਹਿਲੋਂ ਨਹੀਂ ਸੀ ਪਤਾ ਵੀ ਉਹ ਪਿੰਡ 'ਚ ਘੇਰਿਆ ਜਾ ਸਕਦਾ। ਪਤਾ ਸੀ ਕਿ ਜੇ ਕਿਉਂਕਿ ਜਿੰਨੀ ਗਰਮੀ ਹੈ ਜਿੰਨਾ ਕੋਈ ਕਹਿਰ ਦੀ ਗਰਮੀ 4 ਹੈਲੀਕਾਪਟਰ ਨਾਲ ਲਾਤੇ ਵੀ ਉੱਤੇ ਪਾਣੀ ਸੁੱਟੀ ਜਾਓ। ਜਿਸ ਵੇਲੇ ਤੁਹਾਨੂੰ ਇਹ ਪਤਾ ਹੈ ਕਿ ਕੈਲੀਫੋਰਨੀਆ ਦਾ ਤਜਰਬਾ ਹੋ ਕੇ ਹਟਿਆ ਪਿਛਲੇ ਸਾਲ ਤੇ ਕਿੰਨੇ ਮਹੀਨਿਆਂ ਤੱਕ ਅੱਗ ਲੱਗੀ ਰਹੀ ਹੈ, ਤੁਸੀਂ ਇੱਥੇ ਸਿੱਖ ਲਓ ਕੁਛ। ਫਿਰ ਐਮਰਜੈਂਸੀ 'ਚ ਇੱਕ ਇਹੋ ਜਿਹਾ
ਪੰਜਾਬ ਦੀ ਗਰਮੀ ਦੀ ਵੀ ਗੱਲ ਕਰ ਲਈ, ਬੜਾ ਕਹਿਰ ਵਰਸ ਰਿਹਾ ਜੀ ਉੱਥੇ। ਬਿਜਲੀ ਦੇ ਵੱਡੇ ਵੱਡੇ ਕੱਟ ਲੱਗਣ ਲੱਗ ਪਏ ਹੈਗੇ ਆ, ਖੇਤੀ ਲਈ ਬਿਜਲੀ ਮਿਲ ਨਹੀਂ ਰਹੀ, ਕਿਸਾਨ ਜਿਹੜੇ ਪਰੇਸ਼ਾਨ ਹੋ ਰਹੇ ਆ, ਝੋਨੇ ਦੀ ਲਵਾਈ ਨਹੀਂ ਪ੍ਰੋਪਰ ਹੋ ਰਹੀ। ਇਹ ਸਾਰਾ ਕੁਝ ਜ਼ਿੰਮੇਵਾਰ ਕੌਣ ਆ? ਉਂਝ ਕੈਪਟਨ ਗੱਲ ਇਹ ਹੈ ਕਿ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਉਹਦੇ ਵਾਸਤੇ ਕੀ ਹੈ। ਹਾਂਜੀ ਤੁਸੀਂ ਦੇਖੋ ਕਿ ਜਿੰਨੇ ਵੀ ਮੁੱਖ ਮੰਤਰੀ ਤੋਂ ਲੈ ਕੇ ਕਾਂਗਰਸ ਦੇ ਜਿੰਨੇ ਮਿਨਿਸਟਰ ਆ ਸਾਰੇ ਆ, ਇਹਨਾਂ ਨੂੰ ਤਾਂ ਇਹਨਾਂ ਨੂੰ ਵੀ ਅੱਗ ਲੱਗੀ ਹੈ। ਇਹਨਾਂ ਦੀ ਇਹ ਅੱਗ ਲੱਗੀ ਹੈ ਦੌੜੇ ਫਿਰਦਾ। ਇਹ ਤਾਂ ਦੌੜੇ ਫਿਰਦੇ ਆ ਵੀ ਕਿਸੇ ਤਰੀਕੇ ਨਾਲ ਮੁੱਖ ਮੰਤਰੀ ਕਿੱਦਾਂ ਬਣਨਾ ਹੈ ਤੇ ਕੁਰਸੀਆਂ ਕਿੱਦਾਂ ਬਚਾਉਣਾ ਤੇ ਜਿਹਨਾਂ ਬਿਲਕੁਲ ਵਰਗੀਆਂ ਕਿੱਦਾਂ ਚੁਣੀਆਂ ਆਪਾਂ ਗੱਲ ਕਰਾਂਗੇ। ਦੂਸਰੇ ਪਾਸੇ ਬਿਜਲੀ ਵਿਭਾਗ ਦੀ ਕੀ ਹਾਲਤ ਹੈ? ਇਹਦੇ ਵਿੱਚ ਕਈ ਫੈਕਟਰ ਜੁੜੇ ਹੋਏ ਨੇ। ਇਹ ਓਵਰਨਾਈਟ ਨਹੀਂ ਹੋ ਗਿਆ ਪਹਿਲੀ ਗੱਲ। ਇਹਨਾਂ ਦੀ ਸਭ ਤੋਂ ਵੱਡੀ ਮਤਲਬ ਮੂਰਖਤਾ ਭਰੀ ਗੱਲ ਇਹ ਹੈ ਕਿ ਜਿਹੜੇ ਸਰਕਾਰੀ ਤੌਰ ਦੇ ਉੱਤੇ ਬਿਜਲੀ ਘਰ ਚੱਲਦੇ ਸੀ, ਮਤਲਬ ਉਹਨਾਂ ਨੂੰ ਇਹਨਾਂ ਨੇ ਵੇਚ ਦਿੱਤਾ, ਬੰਦ ਕਰ ਦਿੱਤਾ ਆਪ। ਉਹ ਅੱਜ 25% ਵੀ ਨਹੀਂ ਹੈਗੇ ਇਹਨਾਂ ਦੇ ਕੰਟਰੋਲ 'ਚ, ਔਰ ਸਾਰਾ ਕੁਝ ਚਲੇ ਗਿਆ ਪ੍ਰਾਈਵੇਟਾਂ ਦੇ ਹੱਥ 'ਚ। ਨੰਬਰ 2, ਭਾਖੜਾ ਡੈਮ ਜਾਂ ਹੋਰ ਡੈਮ ਜਿਹੜੇ ਆ ਇਹ ਸਾਰੇ ਕੇਂਦਰ ਦੇ ਕੰਟਰੋਲ 'ਚ ਹੈ। ਤੁਸੀਂ ਸਮਝਦੇ ਕੇਂਦਰ ਚਾਹੂਗਾ ਕਿ ਇੱਥੇ ਕੋਈ ਨਾ ਕੋਈ ਸੰਕਟ ਨਾ ਹੋਵੇ, ਕਦੀ ਵੀ ਨਹੀਂ ਜਾਊਗਾ। ਇਸ ਕਰਕੇ ਭਾਖੜਾ ਮੈਨੇਜਮੈਂਟ ਨੇ ਸਿੱਧਾ ਜਵਾਬ ਹੀ ਦੇ ਦਿੱਤਾ। ਉਹ ਕਹਿੰਦਾ ਜੀ ਕਿ ਸਾਡੀ ਜਿਹੜੀ ਪਿੱਛੇ ਗੋਬਿੰਦ ਸਾਗਰ ਝੀਲ ਆ ਉਹਦੇ 'ਚ ਪਾਣੀ ਦਾ ਲੈਵਲ ਹੀ ਥੱਲੇ ਚਲਾ ਗਿਆ। ਅਸੀਂ ਕਰੀ ਹਾਲਾਂਕਿ ਜਿਸ ਵੇਲੇ ਇੰਨੀ ਗਰਮੀ ਪੈਂਦੀ ਹੈ ਨਾ, ਇਹ ਕੀ ਹੈ ਕਿਸੇ ਉੱਥੇ SYL ਪ੍ਰੋਜੈਕਟ ਜਿਹੜਾ ਬਣਿਆ ਸੀ ਅੱਜ ਤੋਂ ਬਹੁਤ ਪਹਿਲੋਂ 1972 ਤੇ ਦੀਆਂ ਗੱਲਾਂ ਇਹ, ਉਸ ਵੇਲੇ ਸਤਲੁਜ ਨੂੰ ਤੇ ਬਿਆਸ ਨੂੰ ਦੋਵਾਂ ਨੂੰ ਇੱਕ ਟਨਲ ਦੇ ਰਾਹੀਂ ਬਹੁਤ ਦੂਰੋਂ ਪਾਣੀ ਲਿਆ ਕੇ ਉਹਦੇ ਵਿੱਚ ਸੁੱਟਿਆ ਸੀਗਾ। ਉਹ ਆ ਕੇ ਇੱਥੇ ਖੁੱਲਦਾ ਸੀ ਗੋਬਿੰਦ ਸਾਗਰ ਝੀਲ ਤੋਂ ਥੋੜੀ ਦੂਰ, ਤੇ ਉੱਥੇ ਇਹਨਾਂ ਦਿਨਾਂ ਵਿੱਚ ਇੰਨਾ ਪਾਣੀ ਇੱਥੇ ਹੁੰਦਾ ਸੀ ਜਿਹੜਾ ਕਿ ਮੁੱਕ ਹੀ ਨਹੀਂ ਸਕਦਾ। ਤੇ ਅੱਜ ਜਦੋਂ ਇਹ ਜਵਾਬ ਹੈ, ਮੈਂ ਬਹੁਤ ਸੋਚਦਾ, ਮੈਂ ਉਹ ਸਾਰਾ ਇਲਾਕਾ ਬੜੀ ਚੰਗੀ ਤਰ੍ਹਾਂ ਦੇਖਿਆ, ਉਹਨਾਂ ਸਮੇਂ ਨਹੀਂ ਦੇਖਿਆ ਜਦੋਂ ਪ੍ਰੋਜੈਕਟ ਚੱਲਦੇ ਸੀ ਤੇ ਬਾਅਦ ਵਿੱਚ। ਸੋ ਇਹੋ ਜਿਹੇ ਹਾਲਾਤ ਦੇ ਵਿੱਚ ਪਾਣੀ ਘੱਟ ਗਿਆ ਜੀ, ਇਹਦਾ ਦੱਸੋ ਕੀ ਜਵਾਬ? ਬਿਜਲੀ ਦੇ ਤੌਰ ਤੇ ਦਿੱਤੀ ਨਹੀਂ ਜਾ ਸਕਦੀ, ਕਿਉਂਕਿ ਜਿਹੜਾ ਗ੍ਰਿਡ ਹੈ ਨੈਸ਼ਨਲ ਲੈਵਲ ਦਾ ਗ੍ਰਿਡ ਹੈ, ਬਿਜਲੀ ਸਾਰੀ ਉੱਥੇ ਜਾਂਦੀ ਹੈ, ਉੱਥੋਂ ਡਿਸਟ੍ਰੀਬਿਊਟ ਹੁੰਦੀ ਹੈ। ਫਿਰ ਜਿਸ ਵੇਲੇ ਕ੍ਰਾਈਸਿਸ ਆਉਂਦਾ ਹੈ, ਓਵਰਨਾਈਟ ਕਿੱਦਾਂ ਆ ਗਏ ਜੀ? ਜਦੋਂ ਕੋਈ ਪਤਾ ਨਹੀਂ ਬਿਜਲੀ ਵਿਭਾਗ ਨੂੰ ਕੀ ਹੋਣਾ। ਹੁਣ ਕੀ ਹੋ ਗਿਆ? ਹੁਣ ਉੱਥੇ 47 ਡਿਗਰੀ ਤੋਂ ਉੱਪਰ ਟੈਂਪਰੇਚਰ ਹੈ। ਇੱਥੇ ਤੇ ਚੀਕਾਂ ਨਿਕਲਦੀਆਂ, ਲੋਕ ਮਰ ਗਏ ਸੀ ਨਾ, ਜੇ 47 ਤੱਕ ਪੂਰਾ ਪਹੁੰਚਿਆ ਨਹੀਂ, ਫੀਲ ਆਈ ਕੀ ਸੀ, ਪਰ ਉੱਥੇ ਤਾਂ ਹੋ ਗਿਆ। ਇੰਨੀ ਗਰਮੀ ਕਹਿਤੀ ਪੈ ਰਹੀ ਹੈ, ਲੋਕ ਰਾਤ ਨੂੰ ਬੱਚੇ ਚੀਕਾਂ ਮਾਰਦੇ ਆ, ਰਾਤ ਨੂੰ ਪਿੰਡਾਂ ਦੇ ਵਿੱਚ ਬਹਿ ਕੇ ਰਾਤਾਂ ਕੱਟਦੇ। ਹੁਣ ਕਿਸਾਨ ਜਿਹਨਾਂ ਨਾਲ ਪਹਿਲਾਂ ਬੜੀ ਬੁਰੀ ਹਾਲਤ ਹੋ ਚੁੱਕੀ ਹੈ ਤੇ ਤਬਾਹੀ ਦੇ ਕੰਢੇ ਤੇ ਬੈਠੇ ਆ, ਉਹਨਾਂ ਦੇ ਝੋਨਾ ਲਾਉਣ ਦੀਆਂ ਆਸਾਂ ਸੀ ਤੇ ਉਹਨੂੰ ਬਿਜਲੀ ਦੀ ਸਪਲਾਈ ਪੂਰੀ ਜਾ ਰਹੀ। ਔਰ ਉਹ ਉੱਥੇ ਇੱਕ ਤਾਂ ਉਹਨਾਂ ਹੁਸ਼ਿਆਰਪੁਰ ਸੜਕ ਘੇਰ ਕੇ ਬੈਠੇ ਤੇ ਇੱਕ ਥਾਂ ਦੇ ਉੱਤੇ ਬਠਿੰਡਾ ਜ਼ਿਲ੍ਹੇ ਦਾ ਇੱਕ ਪਿੰਡ ਹੈ, ਉੱਥੇ ਗ੍ਰਿਡ ਹੈ ਕਾਫੀ ਵੱਡਾ, ਉਹਦੇ ਗ੍ਰਿਡ ਦੇ ਅੰਦਰ ਕਿਸਾਨ ਜਾ ਵੜੇ। ਉਹ ਉਹਨਾਂ ਨੇ ਜਾ ਕੇ ਕੀਮਾ ਪਿੰਡ ਹੈ, ਕੀਮਾ ਪਿੰਡ ਦੇ ਗ੍ਰਿਡ 'ਚ ਜਾ ਕੇ ਉਹਨਾਂ ਭੰਨਤੋੜ ਕੀਤੀ। ਉਹਨਾਂ ਨੇ ਸਾਰਾ ਕੰਟਰੋਲ ਜਿਹੜਾ ਆਪਣੇ ਹੱਥ 'ਚ ਲੈ ਲਿਆ ਔਰ ਬਿਲਕੁਲ ਹੀ ਮਤਲਬ ਆਫ ਕਰ ਦਿੱਤਾ। ਕੋਈ ਉਹਦੇ ਸੁਣਨ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ, ਗੁੱਸਾ ਉਹਨਾਂ ਨੂੰ ਬਹੁਤ ਜ਼ਿਆਦਾ ਸੀ ਤੇ ਗੁੱਸਾ ਅਜੇ ਵਧਣਾ। ਹੁਣ ਇੱਕ ਪਾਸੇ ਤਾਂ ਹੁਣ ਆ ਕੇ ਕੈਪਟਨ ਨੇ ਐਲਾਨ ਕਰਦਾ 3 ਦਿਨਾਂ ਵਿੱਚ ਸਾਰੇ ਦਫ਼ਤਰ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ AC ਨਹੀਂ ਚੱਲਣੇ ਚਾਹੀਦੇ। ਪਹਿਲਾਂ ਐਲਾਨ ਕਰਤਾ, ਬਾਅਦ ਬਿਜਲੀ ਵਿਭਾਗ ਨੇ ਐਲਾਨ ਨਹੀਂ ਕਰਤਾ ਵੀ ਕੈਪਟਨ ਸਾਹਿਬ ਦਾ ਹੁਕਮ ਹੈ, ਤੇ ਬਾਅਦ ਚ ਅੱਜ ਹੁਕਮ ਲੈ ਲਿਆ ਨਹੀਂ ਏਦਾਂ ਦੀ ਗੱਲ ਕੀਤੀ, ਇਸ ਤੋਂ ਮੈਂ ਹੋਰ ਢੰਗ ਨਾਲ ਕੀਤੀ ਸੀ। ਤੇ ਨਾਲ ਹੀ ਦਫ਼ਤਰਾਂ ਨੂੰ ਕਹਿਤਾ ਵੀ ਤੁਹਾਡੇ ਜਿਹੜੇ ਨਾ ਐਪਲੀਕੇਸ਼ਨ ਚਾਰਜ ਕਰਨ ਵਾਲਾ ਸਿਸਟਮ ਹੈ ਨਾ ਆਪਣਾ ਸਾਰਾ ਜਿੰਨਾ ਇਲੈਕਟ੍ਰੋਨਿਕਸ ਦਾ, ਉਹ ਕਹਿੰਦੇ ਚਾਰਜ ਨਹੀਂ ਬੰਦ ਕਰ ਦਿਓ ਨਾ ਹੈ ਨਾ, ਟੈਂਡਰ ਨੂੰ ਭੇਜ ਦਿਓ ਕਿ ਜੇ ਹੋਊਗਾ ਤੇ ਕੰਮ ਕਰਨਗੇ ਉੱਤੇ। ਬਾਕੀ AC ਜਿਹੜੇ ਹੈਗੇ ਉਹ ਆਫ, ਬਾਕੀ ਉਹਨਾਂ ਦੇ ਟਾਈਮ ਘਟਾ ਦਿੱਤੇ ਆ। ਇਹ ਹੋਰ ਕੋਡ ਕਰ ਰਹੇ ਆ। ਹੁਣ ਹੋਰ ਕੋਡ ਦਾ ਸਿੱਟਾ ਕੀ ਨਿਕਲਿਆ? ਇੱਕ ਪਾਸੇ ਤਾਂ ਇਹਨਾਂ ਦੇ ਸਿਰ ਤੇ ਉਹ ਬੈਠਾ ਤਾਨਾਸ਼ਾਹ, ਉਹ ਸਭ ਇਹਨਾਂ ਦਾ ਯੂਜ਼ ਕਰੇਗਾ। ਦੂਸਰੇ ਪਾਸੇ ਇਹਨਾਂ ਦੇ ਅੰਦਰ ਇੰਨੀ ਫੁੱਟ ਲੱਗੀ ਪਈ ਹੈ ਕਿ ਜਿੱਦਾਂ ਅੰਦਰ ਹੀ ਕਿਸੇ ਦੇ ਅੱਗ ਲੱਗੀ ਹੋਵੇ ਤਾਂ ਬਾਹਰ ਨਹੀਂ ਆ ਕੇ ਕੀ ਸਮਝਦਾ।
ਹਾਂਜੀ ਹਾਂਜੀ ਕਹਿਣਾ ਨਹੀਂ ਚਾਹੀਦਾ ਬਹੁਤ ਦੁੱਖ ਹੁੰਦਾ ਪਰ ਜੋ ਹਾਲਾਤ ਆ ਕਿਉਂਕਿ ਜਦੋਂ ਦੇਖੋ ਜਦੋਂ ਗਹਿਰੀ ਬੇੜੇ ਦਾ ਜਿਹੜਾ ਕੈਪਟਨ ਹੈ ਉਹ ਇਹਨੂੰ ਡੋਬਣਾ ਚਾਹੁੰਦਾ ਹੋਵੇ ਦੱਸੋ ਕਿੱਦਾਂ ਵਜੂ ਬਿਲਕੁਲ ਭੱਟੀ ਸਾਹਿਬ ਜਿਹੜਾ ਇਹ ਇੱਕ ਨਵਾਂ ਕਾਨੂੰਨ ਆ ਰਿਹਾ ਉਂਝ ਤਾਂ ਦੋ ਕਾਨੂੰਨਾਂ ਦੀ ਗੱਲ ਚੱਲਦੀ ਪਈ ਹੈ ਫੈਕਟਰੀ ਮਜ਼ਦੂਰਾਂ ਦੀ ਗੱਲ ਮੈਂ ਕਾਨੂੰਨ ਦੀ ਗੱਲ ਕਰਦਾ ਜਿਹੜਾ ਉਹ ਵੀ ਇੱਕ ਕਿਸਮ ਦਾ ਕਾਲਾ ਕਾਨੂੰਨ ਹੀ ਕਿਹਾ ਜਾ ਸਕਦਾ ਹੈ ਤੇ ਉਹਦੇ ਖਿਲਾਫ ਪੂਰੇ ਭਾਰਤ ਵਿੱਚ 26 ਤਰੀਕ ਨੂੰ 26 ਜੁਲਾਈ ਨੂੰ ਜਿਹੜੀ ਹੜਤਾਲ ਦਾ ਸੱਦਾ ਦਿੱਤਾ ਗਿਆ ਇਹ ਕੀ ਕਾਨੂੰਨ ਹੈ ਜੀ ਕੋਈ ਇਹਦਾ ਕਿੱਡਾ ਕੁ ਵੱਡਾ ਨੁਕਸਾਨ ਹੈਗਾ ਜਿਹੜਾ ਇਹਨੂੰ ਕਾਲੇ ਕਾਨੂੰਨ ਦਾ ਦਰਜਾ ਦੇ ਦਿੱਤਾ ਗਿਆ ਕਿਸੇ ਨੇ ਕਾਨੂੰਨ ਇੰਨਾ ਖਤਰਨਾਕ ਕਰਨਾ ਕੋਈ ਜਮਹੂਰੀ ਸਰਕਾਰ ਇਹਨੂੰ ਬਣਾਉਣ ਬਾਰੇ ਸੋਚ ਵੀ ਨਹੀਂ ਸਕਦੀ ਇਹ ਕਾਨੂੰਨ ਇਹ ਕੀ ਹੈ ਜਿਹੜੀਆਂ ਆਰਡੀਨੈਂਸ ਫੈਕਟਰੀ ਦੇ ਜਿਹੜੀਆਂ ਫੌਜ ਨੂੰ ਗੋਲੀ ਸਿੱਕਾ ਹਥਿਆਰ ਸਭ ਕੁਝ ਬਣਾ ਕੇ ਦਿੰਦੀ ਹਾਂਜੀ ਇਹ 41 ਫੈਕਟਰੀਆਂ ਭਾਰਤ ਦੇ ਵਿੱਚ ਅੱਛਾ ਜੀ ਇਹ ਅੰਡਰ ਸਟ੍ਰਿਕਟ ਕੰਟਰੋਲ ਹੈ ਇਹਦੇ ਸੀਕ੍ਰੇਸੀ ਬਹੁਤ ਵੱਡੀ ਮੇਨਟੇਨ ਕਰਨ ਦੀ ਜ਼ਰੂਰਤ ਸੀ ਇਸੇ ਕਰਕੇ ਇਹਨਾਂ ਕੰਪਨੀਆਂ ਦੇ ਉੱਤੇ ਸਿੱਧਾ ਡਾਇਰੈਕਟ
ਕਰਨ। ਹਾਂਜੀ ਬਟ ਸਾਹਿਬ ਉਹੀ ਲੱਗਾ ਸੀ ਗੱਲ ਕਰਨ ਬਈ ਜਿੱਦਾਂ ਹੌਸਲੇ ਵਧੇ ਆ ਤੇ ਕਿਸਾਨਾਂ ਦੇ ਬਾਰੇ ਤੁਸੀਂ ਗੱਲ ਕੀਤੀ ਵੀ ਕਿਸਾਨਾਂ ਨੇ ਇਹਨਾਂ ਨੂੰ ਰੋਕ ਪਾਈ, ਠੱਲ ਪਾਈ ਆ, ਪਰ ਤੁਸੀਂ ਦੇਖੋ ਹਾਲਾਤ ਅਜੇ ਵੀ ਉਸ ਤਰੀਕੇ ਦੇ ਹੀ ਆ। ਪੰਜਾਬ ਦਾ ਬੀਜੇਪੀ ਦਾ ਆਗੂ ਹੈ ਹਰਜੀਤ ਗਰੇਵਾਲ, ਦੂਜੇ ਤੀਜੇ ਦਿਨ ਉਹ ਮੁੜ ਕੇ ਲੁਕ ਛੁਪ ਕੇ ਭੱਜਦਾ ਜਦੋਂ ਕਿਸਾਨਾਂ ਨੂੰ ਘੇਰ ਲੈਂਦੇ ਆ। ਉਹ ਕਹਿੰਦੇ ਜੀ ਵੀ ਤੁਸੀਂ ਦੇਖੀ ਜਾਓ ਕੀ ਕੁਛ ਹੁੰਦਾ, ਇਹ ਬਿਜਲੀ ਦਾ ਬਿੱਲ ਕਾਨੂੰਨ ਅਸੀਂ ਲੈ ਕੇ ਆਉਣਾ ਤੇ ਕਾਨੂੰਨ ਬਣੂਗਾ ਤੇ ਪਹਿਲੇ ਕਾਨੂੰਨ ਵੀ ਵਾਪਸ ਨਹੀਂ ਹੋਣੇ। ਤੋਮਰ ਸਾਹਿਬ ਨੇ ਵੀ ਕਹਿ ਦਿੱਤਾ, ਖੇਤੀਬਾੜੀ ਮੰਤਰੀ ਸੈਂਟਰ ਦਾ ਜਿਹੜਾ, ਉਹ ਕਹਿੰਦਾ ਕਾਨੂੰਨ ਵਾਪਸ ਨਹੀਂ ਹੋਣੇ, ਕਿਸਾਨਾਂ ਨੂੰ ਜਦ ਨਹੀਂ ਕਰਨੀ ਚਾਹੀਦੀ। ਇਹ ਸਾਰਾ ਕੁਝ ਮਸਲਾ ਕੀ ਹੈ ਜੀ? ਫਿਰ ਗਾਜ਼ੀਪੁਰ ਦੀਆਂ ਜਿਹੜੀਆਂ ਗਾਜ਼ੀਪੁਰ ਬਾਰਡਰ ਦੀਆਂ ਘਟਨਾਵਾਂ ਹੋਈਆਂ ਉਹਦੇ ਬਾਰੇ ਵੀ ਗੱਲ ਕਰਾਂਗੇ। ਹਰਜੀਤ ਗਰੇਵਾਲ ਤੇ ਤੋਮਰ ਵੱਲੋਂ ਜਿਹੜੇ ਤਾਜ਼ਾ ਬਿਆਨ ਆਏ ਆ ਕਿਸਾਨੀ ਅੰਦੋਲਨ ਨਾਲ ਸੰਬੰਧਿਤ ਹੈਗੇ, ਕੀ ਮਸਲਾ ਹੈ? ਹਾਂਜੀ ਪਰ ਇੱਕ ਪਾਸੇ ਤਾਂ ਪੰਜਾਬ ਦੇ ਹਾਲਾਤ ਬੰਦੀ ਹੈ, ਬਿਜਲੀ ਹੈ ਨਹੀਂ, ਦੂਜੇ ਪਾਸੇ ਉਹ ਹੈ ਨੇ ਸਮੇਂ ਤੇ ਬਿਆਨ ਦਾ ਅਗਲੇ ਹਾਂਜੀ ਇਹਦਾ ਤਜਰਬਾ ਕਰੋ। ਇਹ ਸਾਰਾ ਕੁਝ ਇਹ ਕਾਨੂੰਨ ਮਤਲਬ ਹੁਣ ਲਾਗੂ ਹੋ ਰਿਹਾ ਹੈ ਔਰ ਇਹ ਸਾਰਾ ਕੁਝ ਕੇਂਦਰ ਦੇ ਹੱਥ ਚੱਲ ਜਾਣਾ। ਠੀਕ ਹੈ ਜੀ। ਔਰ ਇਹਨੂੰ ਕੋਈ ਰੋਕ ਨਹੀਂ ਸਕਦਾ। ਹਾਂਜੀ ਇਹਦਾ ਖਬਰਾਂ ਨੇ ਮੈਂ ਦੇ ਦੇ ਮੇਰੇ ਵੀ ਸੋਚ ਲਓ ਕਿ ਕਾਨੂੰਨ ਨਹੀਂ ਜੇ ਵਾਪਸ ਹੋਣੇ। ਹਾਂਜੀ ਤੇ ਨਾ ਇਹ ਹੱਥ ਰੱਖਿਓ। ਹਾਂਜੀ ਤੇ ਜੇ ਤੁਹਾਡੇ ਤੇ ਹੈਗਾ ਆਪਾਂ ਗੱਲਬਾਤ ਕਰਨ ਦੀ ਗੱਲ ਹੈ ਤੇ ਕਰ ਲਓ, ਹੁੰਦਾ ਨਹੀਂ। ਤੇ ਇਸੇ ਤਰ੍ਹਾਂ ਹੀ ਜਿਹੜਾ ਮਤਲਬ ਖੇਤੀਬਾੜੀ ਮੰਤਰੀ ਹੈ ਤੋਮਰ ਸਾਹਿਬ, ਉਹ ਵੀ ਇਸ ਤਰ੍ਹਾਂ ਦੇ ਰਹਿੰਦਾ ਵੀ ਕਿਸੇ ਤਰ੍ਹਾਂ ਫੇਰ ਇੱਕ ਵਾਰੀ ਜਿਹੜਾ ਜਵਾਬੀ ਲਾਈ ਜਾਵੇ ਤੇ ਉਹਨੇ ਫੇਰ ਬਿਆਨ ਦੇ ਦਿੱਤਾ ਤੇ ਕਾਨੂੰਨ ਤਾਂ ਨਹੀਂ ਹੋਣੇ ਵਾਪਸ। ਹਾਂਜੀ ਤੇ ਅਸੀਂ ਉਹਨਾਂ ਗੱਲ ਕਰਕੇ ਤਿਆਰ ਹੈ, ਜੇ ਹੋਰ ਕੋਈ ਸਲਾਹ ਮਸ਼ਵਰਾ ਕਰਨਾ ਹੈ ਤੇ ਇਹਨਾਂ ਬਾਰੇ ਦੱਸਣਾ ਤੇ ਆ ਜਾਓ ਜਦੋਂ ਮਰਜ਼ੀ ਬੈਠ। ਹੁਣ ਇੱਥੇ ਇਹ ਹੁਣ ਕਿਸਾਨਾਂ ਨੇ ਸਪਸ਼ਟ ਕੀਤਾ ਹੈ ਕਿ ਜਿਸ ਵੇਲੇ ਅਸੀਂ ਪਹਿਲਾਂ ਕਲੀਅਰ ਕਰ ਚੁੱਕੇ ਹਾਂ ਸਾਰੀਆਂ ਚੀਜ਼ਾਂ ਨੂੰ, ਹੋਰ ਕੀ ਦੱਸੀਏ ਤੁਹਾਨੂੰ ਥੋੜਾ ਮੁੱਕਰ ਦੇ। ਉਹ ਕਹਿੰਦੇ ਵੀ ਨਹੀਂ ਜੀ ਮਤਲਬ ਅਸੀਂ ਕਿਹਾ ਹੀ ਨਹੀਂ, ਅਸੀਂ ਤਾਂ ਗੱਲਾਂ ਨਹੀਂ ਕੀਤੀਆਂ, ਝੂਠ ਬੋਲਦੇ ਆ। ਪਰ ਕਿਸੇ ਜਦੋਂ ਏਦਾਂ ਦੀ ਸਥਿਤੀ ਬਣ ਜੇ ਇਹ ਮੰਨਣੇ ਤੇ ਆਦਮੀ ਝੂਠ ਬੋਲਦੇ ਆਪਣਾ ਮੀਡੀਆ ਹੋਈਆਂ ਲੋਕਾਂ ਦੀਆਂ ਅੱਖਾਂ ਦੇ ਪਾਸੇ। ਹੁਣ ਉਹ ਸਥਿਤੀ ਚ ਪੈ ਗਿਆ ਕਿ ਕੀ ਅਸੀਂ ਕਿਸਾਨਾਂ ਦੀ ਗੱਲ ਨੂੰ ਮੰਨ ਲਈਏ ਜਾਂ ਸਰਕਾਰ ਦੇ ਮੰਨੀਏ। ਕੰਫਿਊਜ਼ਨ ਖੜਾ ਹੋ ਗਿਆ ਨਾ। ਮੇਰਾ ਇਹ ਵਿਚਾਰ ਹੈ ਕਿ ਜੇ ਕਿਸਾਨ ਜਿਹੜੇ ਆ ਨਾ, ਚਲੋ ਜਿੱਥੇ 11 ਮੀਟਿੰਗਾਂ ਹੋਰ ਕਿਤੇ ਤੋਂ ਬਾਹਰ ਵੀ ਕਰ ਲੈਣ ਤੇ ਸ਼ਰਤ ਉੱਥੇ ਲਾ ਦੇਣਾ ਕਿ ਇਹ ਜਿਹੜੀ ਮੀਟਿੰਗ ਹੋਊਗੀ ਇਹ ਸਾਰੀ ਪੂਰੀ ਤਰ੍ਹਾਂ ਮਤਲਬ ਲਾਈਵ ਹੋ, ਜਦੋਂ ਲੋਕ ਦੇਖਣਗੇ ਤੇ ਲੋਕ ਹੋਣਗੇ ਜੱਜ, ਉਹ ਦੇਖਣਗੇ ਤੇ ਕਿਵੇਂ ਕਿਸਾਨ ਆਪਣਾ ਪੱਖ ਰੱਖਦੇ ਆ, ਇਹ ਕਾਨੂੰਨ ਕਿਵੇਂ ਕਰ ਰਹੇ ਆ, ਇਹਨਾਂ ਦੀ ਚੇਤਾ ਹੈ ਹੀ ਕੁਛ ਨਹੀਂ, ਤੇ ਕਿਵੇਂ ਸਰਕਾਰ ਇਹਨਾਂ ਨੂੰ ਸਾਬਤ ਕਰਦੀ ਹੈ ਕਿ ਇਹ ਤਾਂ ਦੁਗਣੀ ਆਮਦਨ ਚੌਗੁਣੀ ਕਰ ਦੇਣਗੇ ਤੇ ਫਿਰ ਲੋਕਾਂ ਨੂੰ ਜੱਜ ਤਾਂ ਬਣ ਜਾਂਦੇ ਜਿਹੜਾ। ਦੇਖੋ ਕੀ ਅਸਰ ਹੁੰਦਾ, ਮੁੜ ਕੇ ਝੂਠ ਨਹੀਂ ਕਰ ਸਕਣਗੇ ਨਾ। ਪਰ ਇਹ ਹੁਣ ਚਲੋ ਖੈਰ ਉਹ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਆ, ਜਿਹੜੇ ਕਮਾਂਡਰ ਆ ਲੱਗੇ ਹੋਏ ਆ, ਉਹ ਸਾਡੇ ਨੂੰ ਵੱਧ ਜਾਣਦੇ ਆ। ਪਰ ਮੇਰਾ ਤਾਂ ਇਹ ਵੀ ਸੁਝਾਅ ਆ ਵੀ ਇੱਕ ਵਾਰੀ ਉਹਨਾਂ ਨੇ ਕਿਹਾ ਕਿ ਦੇਖੋ ਜੇ ਇਸ ਗੱਲ ਤੋਂ ਵੀ ਦੌੜ ਜਾਂਦੇ ਤਾਂ ਵੀ ਉਹ ਹਟ ਜਾਂਦੇ ਦੌੜਨਗੇ ਪੱਕਾ ਦੌੜਨਗੇ। ਕਿਉਂ ਤੇ ਇਹਦੇ ਵਿੱਚ ਕੀ ਅੱਜ ਦਾ ਕਿ ਯੁੱਗ ਇਹੋ ਜਿਹਾ ਹੈਗਾ ਜਿਹਦੇ ਵਿੱਚ ਸਾਰਾ ਕੁਝ ਹੁੰਦਾ ਹੈ। ਇਹ ਸੌਖੀ ਗੱਲ ਹੈ ਜੀ। ਠੀਕ ਹੈ ਜੀ। ਜੇ ਇਹਨੂੰ ਲਾਈਵ ਕਰਨਾ ਸਾਰੇ ਮੀਡੀਆ ਨੂੰ ਸੱਦ ਲੈਣਾ ਤੇ ਆਦਰ ਕੋਲ ਦੇਖੋ ਸਾਡੇ ਕੋਲ ਆਸ਼ਾ ਹੈ ਉਹ ਸਾਰੇ ਜਿਹੜੇ ਇਹਨਾਂ ਦੇ ਮੀਡੀਆ ਸੈਂਟਰ ਹੋਣ ਤੇ ਦੂਸਰੇ ਵੀ ਇੰਡੀਪੈਂਡੈਂਟ ਵੀ ਆ ਜਾਣ। ਮੇਰਾ ਖਿਆਲ ਹੈ ਇਹਨੂੰ ਇਸ ਗੱਲ ਨੂੰ ਤਾਂ ਜੋ ਠੇਲ ਕਰਨੀ ਹੈ ਇਹ ਚੰਗੀ ਗੱਲ ਹੈ। ਤੇ ਇਹਨਾਂ ਦਾ ਪ੍ਰੈਸ਼ਰ ਬਣੂਗਾ ਤੇ ਇਹਨਾਂ ਦੀ ਔਕਾਤ ਨੰਗੀ ਹੋਊਗੀ। ਸਾਰਾ ਸਪਸ਼ਟ ਹੈ। ਕਿਸਾਨੀ ਅੰਦੋਲਨ ਦੇ ਸੰਬੰਧ ਵਿੱਚ ਦੋ ਗੱਲਾਂ ਮੈਂ ਤੁਹਾਡੇ ਕੋਲ ਹੋਰ ਪੁੱਛਣੀਆਂ ਜੀ। ਇੱਕ ਤਾਂ ਪਾਰਲੀਮੈਂਟ ਵੱਲ ਮਾਰਚ ਕਰਨ ਦੀ ਗੱਲ ਕੀਤੀ ਸੀ ਕਿਸਾਨਾਂ ਨੇ, ਕਿਸਾਨ ਆਗੂਆਂ ਨੇ, ਉਹ ਡੇਟ ਵੀ ਮੈਨੂੰ ਲੱਗਦਾ ਜੀ 26 ਜਨਵਰੀ ਵਾਲੀ ਘਟਨਾ ਤੋਂ ਥੋੜੇ ਦਿਨ ਬਾਅਦ ਸੀਗੀ। ਉਹ ਮੁੜ ਕੇ ਮਾਰਚ ਹੋਇਆ ਨਹੀਂ, ਕਿਉਂ ਨਹੀਂ ਹੋਇਆ ਸਾਨੂੰ ਤੁਹਾਨੂੰ ਸਭ ਨੂੰ ਪਤਾ। ਪਰ ਆਮ ਲੋਕ ਪੁੱਛਦੇ ਆ ਕਿ ਮਾਰਚ ਕਰਨ ਤੋਂ ਭੱਜ ਗਈ ਲੀਡਰਸ਼ਿਪ, ਡਰ ਗਈ ਲੀਡਰਸ਼ਿਪ, ਕੀ ਇਹ ਲੱਤਾਂ ਹੁਣ ਭਾਰ ਨਹੀਂ ਝੱਲਦੀਆਂ, ਜਾਂ ਜਿੱਦਾਂ ਜਿਹੜੇ ਕੁਛ ਇਦਾਂ ਦੇ ਖਾਸ ਕਿਸਮ ਦੇ ਲੋਕ ਹੈਗੇ ਆ ਜਿਹੜੇ ਕਹਿੰਦੇ ਵੀ ਤੁਸੀਂ ਨੌਜਵਾਨਾਂ ਦੇ ਸਿਰ ਤੇ ਬੜਕਾ ਮਾਰਦੇ ਸੀ, ਨੌਜਵਾਨ ਪਤਾ ਨਹੀਂ ਕਿਹੜੇ ਹੈਗੇ। ਹੁਣ ਪਤਾ ਲੱਗਾ ਜੀ ਚੜੂਨੀ ਸਾਹਿਬ ਨੇ ਲੋਕਾਂ ਤੋਂ ਮਸ਼ਵਰਾ ਮੰਗਿਆ, ਦੱਸੋ ਪਾਰਲੀਮੈਂਟ ਜਾਈਏ ਕਿ ਨਾ ਜਾਈਏ ਜਾਂ ਕਿੱਦਾਂ ਜਾਈਏ। ਇਹ ਕੀ ਲੱਗਦਾ ਜੀ ਇਹ ਇਦਾਂ ਦੀ ਕਿਉਂ ਲੋੜ ਪਈ ਗੱਲ ਕਰਨ ਦੀ? ਤੇ ਦੂਜੇ ਪਾਸੇ ਜਿਹੜਾ ਰਕੇਸ਼ ਟਕੈਤ ਹੋ ਰਹੀ ਹੈਗੇ, ਉਹ ਗਾਜ਼ੀਪੁਰ ਦੀਆਂ ਘਟਨਾਵਾਂ ਨੂੰ ਲੈ ਕੇ ਕਹਿੰਦੇ ਆ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਇੱਥੇ ਖੂਨੀ ਦੰਗੇ ਕਰਾਉਣਾ ਚਾਹੁੰਦੀ ਹੈ ਗਾਜ਼ੀਪੁਰ ਬਾਰਡਰ ਤੇ।
ਤੇ ਬਾਜ ਆ ਜਾਵੇ, ਅਸੀਂ ਇਹ ਗੱਲ ਬਰਦਾਸ਼ਤ ਨਹੀਂ ਕਰਾਂਗੇ। ਇਹ ਸਾਰਾ ਕੁਝ ਕੀ ਹੋਣ ਜਾ ਰਿਹਾ? ਹਾਂਜੀ। ਚੰਡੂਨੀ ਦਾ ਪਰਸਨਲ ਬਿਆਨ ਹੈ। ਉਹਨੇ ਇੱਕ ਰਾਏ ਪੁੱਛੀ ਹੈ ਲੋਕਾਂ ਨੂੰ ਕਿ ਤੁਸੀਂ ਇਹ ਦੱਸੋ ਕਿ ਕੀ ਅਸੀਂ ਆਪਣੇ ਹੱਥ ਬੰਨ ਕੇ ਪਾਰਲੀਮੈਂਟ ਵੱਲ ਕੂਚ ਕਰੀਏ। ਅੱਛਾ ਜੀ, ਠੀਕ ਹੈ ਜੀ। ਫੇਰ ਪੁਲਿਸ ਸਾਡੇ ਨਾਲ ਕੀ ਕਰਦੀ ਹੈ ਤੇ ਦੁਨੀਆ ਦੇਖੂਗੀ। ਇਹਨਾਂ ਦੀ ਬਾਤ ਨੰਗੀ ਹੋਵੇ। ਨੰਬਰ 2, ਠੀਕ ਹੈ। ਤੇ ਇਹ ਨਾ ਸਮਝ ਲੈਣ ਕਿ ਕਿਸਾਨ ਜਿਹੜੇ ਇੱਥੇ ਬੈਠੇ ਰਹੇ ਆ, ਅਸੀਂ ਕੁਛ ਨਾ ਕੁਛ ਜਿੱਦਾਂ ਦਾ ਕਰੀਏ ਕਿ ਇਹਨਾਂ ਨੂੰ ਇਸ ਗੱਲ ਦੇ ਉੱਤੇ ਵਕਤ ਵੀ ਪਵੇ ਤੇ ਲੋਕਾਂ ਚੋਂ ਹੋਰ ਐਕਸਪੋਜ਼ ਹੋਣ, ਦੁਨੀਆ ਦੇ ਵਿੱਚ ਲੱਗੇ ਹੋਣ। ਠੀਕ ਹੈ ਜੀ। ਪਰ ਉਹਦੇ ਵਿੱਚ ਰਲਵੇਂ ਹੋਣੀ ਵੀ ਰਾਏ ਹੁੰਦੀ ਆ। ਉਹ ਰਾਏ ਦੇ ਵਿੱਚ ਮੁੱਦੇ ਆ ਰਹੀ ਆ ਕਿ ਕਈ ਹੱਕ ਚ ਆ, ਕਈ ਵਿਰੋਧ ਚ ਆ, ਕਿਉਂਕਿ ਸਰਕਾਰ ਤਾਂ ਇਸ ਗੱਲ ਦੇ ਉੱਤੇ ਬੜੀ ਉਤਾਵਲੀ ਆ ਕਿ ਕੋਈ ਨਾ ਕੋਈ ਏਦਾਂ ਦਾ ਐਕਸ਼ਨ ਕਰਨ ਤੇ ਅਸੀਂ ਇਸ ਗੱਲ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਈਏ ਤੇ ਨਾਲੇ ਸਾਨੂੰ ਜ਼ਬਰ ਜ਼ੁਲਮ ਕਰਨ ਦਾ ਜਿਹੜਾ ਮੌਕਾ ਮਿਲ ਜਾਵੇ ਅਖਬਾਰ ਦੇ ਵਿੱਚ ਤੇ ਕੋਈ ਇਹਦਾ ਕਾਰਨਾਮਾ ਹੋਵੇ। ਔਰ ਉਹਦੇ ਲਈ ਇਹਨਾਂ ਨੇ ਪਿਛਲੇ 7 ਮਹੀਨੇ ਤੋਂ ਘਟਨਾਵਾਂ ਦੀ ਇੱਕ ਲੜੀ ਜਿਹੜੀ ਸਾਹਮਣੇ ਆ ਜਾਂਦੀ ਹੈ ਜਦੋਂ ਆਪਾਂ ਸੋਚਦੇ ਹਾਂ। ਇਹਨਾਂ ਕਿਹੜਾ ਮੌਕਾ ਨਹੀਂ ਛੱਡਿਆ ਕਿ ਜਦੋਂ ਕਿਸਾਨਾਂ ਤੋਂ ਜ਼ੁਲਮ ਨਹੀਂ ਕੀਤਾ। ਇਹਨਾਂ ਨੇ ਉਹਨਾਂ ਨੂੰ ਪ੍ਰੋਵੋਕ ਕਰਨ ਲਈ ਕਿੰਨੇ ਮੌਕੇ ਲੈਂਦੇ। ਹੁਣ ਆਹ ਗੱਲ ਪ੍ਰੋਵੋਕ ਕਰਨ ਵਾਲੀ ਜਿਹੜਾ ਖਸ਼ਮ ਕੇ ਕਹਿ ਰਿਹਾ ਕਿ ਇਹਦੇ ਉੱਤੇ ਮਤਲਬ ਫੈਲੀਆਂ ਹੁੰਦੀਆਂ ਆਪਣੇ ਬਿਲਕੁਲ। ਹਾਂਜੀ ਹਾਂਜੀ। ਇੱਕ ਤਾਂ ਝੂਠਾ ਬਦਤਮੀਜ਼ੀ ਵਾਲਾ ਦੋਸ਼ ਲਾ ਰਿਹਾ ਹੈ। ਔਰ ਆਪਣੇ ਗੁੰਡਿਆਂ ਨੂੰ ਇਹਨਾਂ ਨੇ ਇਕੱਠੇ ਕਰਕੇ ਕੀ ਕੀਤਾ, ਜਦੋਂ ਆਪਾਂ ਉੱਥੇ ਗਾਜੀਪੁਰ ਬਾਰਡਰ ਦੀ ਨਾਲ ਹੀ ਗੱਲ ਲੈ ਆਉਂਦੇ ਹਾਂ ਕਿ ਉੱਥੇ ਇਹਨਾਂ ਨੇ ਸਕੀਮ ਕਿਵੇਂ ਸੋਚ ਲਈ ਸੀ। ਫਿਰ ਉੱਥੇ ਇੱਕ ਨਵੀਂ ਚੀਜ਼ ਹੋਰ ਸਾਹਮਣੇ ਆਈ ਹੈ ਜਿਹੜੀ ਸ਼ਿਕਾਇਤ ਨਹੀਂ ਕਲੀਅਰ ਸੀ। ਇੱਕ ਤਾਂ ਇਹ ਆਈ ਕਿ ਜਿਹੜਾ ਬੀਜੇਪੀ ਦਾ ਇੱਕ ਆਗੂ ਹੈ ਜੀ, ਉਹ ਬਾਲਮੀਕ ਸਮਾਜ ਨਾਲ ਸੰਬੰਧਿਤ ਹੈ, ਮਤਲਬ ਇਹ ਸ਼੍ਰੇਣੀਆਂ, ਉਹਦਾ ਸਵਾਗਤ ਕਰਨ ਲਈ ਢੋਲ ਵਜਾ ਕੇ ਨਾਲ ਕਲੀਟ ਲੈ ਕੇ ਉਸ ਸਟੇਜ ਤੇ ਕਬਜ਼ਾ ਕਰਨ ਗਏ ਜਿੱਥੇ ਕਿਸਾਨ ਆਲਰੇਡੀ ਬੈਠੇ ਹੋਏ। ਔਰ ਇਹ ਸੀ ਕਿ ਸਾਨੂੰ ਲੋਕ ਕੋਲ ਪੁਲਿਸ ਉੱਥੇ ਦੀ ਫੌਜ ਦੇਖ ਰਹੀ ਸੀ, ਪੁਲਿਸ ਵੀ ਦੇਖ ਰਹੀ ਸੀ। ਤੁਸੀਂ ਦੇਖੋ ਤਮਾਸ਼ਾ ਕੀ ਹੈ, ਇੱਕ ਤਮਾਸ਼ਾ ਕੀ ਸੀ। ਔਰ ਇੱਕ ਅਚਨਚੇਤ ਜਾਣਾ ਉਹਨਾਂ ਨੂੰ ਪਤਾ ਉਹ ਲੱਗਾ ਜਦੋਂ ਜੋਰ ਜੋਰ ਨਾਲ ਢੋਲ ਵੱਜਣ ਲੱਗ ਪਿਆ, ਬੜੇ ਬੜੇ ਢੋਲ ਦੂਜੇ ਲਿਆ ਕੇ ਸ਼ੁਰੂ ਕਰ ਦਿੱਤੇ ਤੇ ਢੋਲ ਵੱਜਦਾ ਉਹ ਸੋਚ ਲਈ ਕੀ ਹੋਇਆ। ਔਰ ਉਹ ਆ ਕੇ ਅਚਾਨਕ ਅਟੈਕ ਸੀ ਤੇ ਇੰਨੀ ਛੇਤੀ ਨਾਲ ਮਤਲਬ ਸੰਭਾਲਣਾ ਵੀ ਔਖਾ ਹੋ ਜਾਂਦਾ ਨਾ। ਉਹ ਕੁਦਰਤੀ ਅਸੀਂ ਕਿਸਾਨ ਉੱਥੇ ਆਲਰੇਡੀ ਸਟੇਜ ਚਲਾ ਰਹੇ ਸੀ। ਸਟੇਜ ਸ਼ਿਕਾਇਤ ਦੇ ਦੋਵੇਂ ਨੌਜਵਾਨ ਪੁੱਤ ਜਿਹੜੇ ਬੜੇ ਦਲੇਰ ਹੈ ਉਹ ਵੀ ਉੱਥੇ ਸੀ। ਸ਼ਿਕਾਇਤ ਭਾਵੇਂ ਨਹੀਂ ਸੀ। ਔਰ ਜਿਸ ਵੇਲੇ ਇਹ ਧਰਨਾ ਆਇਆ ਉਹਨਾਂ ਨੇ ਇਹਨਾਂ ਨੂੰ ਕਿਹਾ ਉੱਥੋਂ ਚਲੇ ਜਾਓ, ਤੁਹਾਡਾ ਕੋਈ ਕੰਮ ਨਹੀਂ। ਤੁਸੀਂ ਪਤਾ ਜਿੱਥੇ ਮਰਜ਼ੀ ਇਹਦਾ ਸਵਾਗਤ ਕਰੀ ਨਾ ਜਾ ਕੇ। ਕਹਿੰਦੇ ਨਹੀਂ ਜੀ, ਇਹਨੂੰ ਸਟੇਜ ਤੇ ਖੜਾ ਕਰਕੇ ਉੱਥੇ ਗੱਲ ਇਹਦੇ ਗੱਲ ਚ ਹਾਰ ਪਾਉਣਾ। ਤੁਸੀਂ ਕੌਣ ਨੇ ਰੋਕਣ ਵਾਲੇ? ਕਹਿੰਦੇ ਸਖਤ ਤਾਂ ਸਾਡੀ ਜਿੱਦਾਂ ਦੇ ਪਿਓ ਨੇ ਇਹਨਾਂ ਦੇ ਬਣਾਈ ਹੋਵੇ। ਉਹ ਪੂਰੀ ਤਰ੍ਹਾਂ ਮਦਦ ਕਰਦੀ ਨਹੀਂ ਤਰ੍ਹਾਂ ਗਏ ਸੀ। ਔਰ ਉਹ ਸਾਰਾ ਕੁਝ ਲੈ ਕੇ ਗਏ ਸੀ, ਜਿਹੜਾ ਕੋਲ ਆਰਡਰ ਵੀ ਸੀ, ਹੋਰ ਵੀ ਇਤਿਹਾਸ ਸੀ, ਸਭ ਕੁਝ ਸੀ। ਤੇ ਜੀ ਇਹਨਾਂ ਨੂੰ ਇੱਥੋਂ ਭਜਾਉਣਾ ਹੈ। ਉਹ ਹੁਣ ਵੀ ਇਹ ਕਹਿ ਰਹੇ ਕਿ ਤੂੰ ਬਣਾ ਦੇ ਜੀ, ਇਹ ਤਾਂ ਗੁੱਡੇ ਆ ਕੇ ਸਾਡੇ ਠਿਕਾਣ ਹੈ ਹੀ ਨਹੀਂ, ਜਿਵੇਂ ਪ੍ਰਚਾਰ ਆਪ ਕਰਦੇ। ਤੇ ਅੱਜ ਦੇ ਸ਼ਿਕਾਇਤ ਨੇ ਇੱਕ ਗੱਲ ਕਲੀਅਰ ਕੀਤੀ ਉਹਨਾਂ ਨੂੰ। ਮੀਡੀਆ ਪੁੱਛਦਾ ਜੀ ਜੇ ਤੁਹਾਡੇ ਬੰਦਿਆਂ ਨੇ ਉਹਨਾਂ ਦੇ ਮਤਲਬ ਇੱਦਾਂ ਮਾਰ ਕੇ ਤਾਂ ਮਾਰੀਆਂ, ਅਸੀਂ ਤਾਂ ਚਾਪਾ ਢੇੜ ਲੈ ਕੇ ਉਹਨਾਂ ਦਾ ਕਿਹਦਾ ਜੇਠੇ ਰਹਿ ਲੱਗੇ ਸਾਡੇ ਢੇੜ ਦਾ ਫਿਰ ਸਾਰਾ ਅਸੀਂ ਬਖਸ਼ਦੇ ਨਹੀਂ। ਕਿਉਂ ਕਹਿੰਦਾ ਤੁਸੀਂ ਪਹੁੰਚੇ ਜਾ ਕੇ ਕਹਿੰਦੇ ਤੁਸੀਂ ਇਹ ਗੱਲ ਕਰਦੇ ਪਿੰਡ ਚ ਰਹਿਣਾ ਬਜ਼ਾਰ ਚ ਜੁੱਤੀਆਂ ਮਾਰੀਆਂ ਨੇ ਕਹਿੰਦੇ। ਸੋ ਇਹ ਗੱਲ ਤੇਜ਼ ਹੋ ਜਾ ਰਹੀ ਹੈ। ਔਰ ਇਹ ਇੱਦਾਂ ਖੁਸ਼ ਹੋਏ ਆ ਮੋਦੀ ਦੀ ਲੋੜ ਆਦਮੀ ਜਿਹੜੀ ਉਹ ਖੁਸ਼ ਹੈ ਇਹ ਧਰਨਾ ਨੇ ਭੜਕਾਤਾ ਸੀ ਭੜਕਣ। ਔਰ ਆਪ ਹੀ ਆਪਣੀ ਗੱਡੀਆਂ ਭਰ ਕੇ ਦੋਸ਼ ਲਾ ਕੇ SSP ਦੇ ਦਫ਼ਤਰ ਦੇ ਬੋਲੇ ਜਾ ਕੇ ਧਰਨਾ ਦੇ ਰਹੇ ਕਿ ਇਹਨਾਂ ਦਾ ਮਾਮਲੇ ਦਾ ਜ਼ਿਕਰ। ਸੋ ਇਹ ਇੱਕ ਕਿਸਮ ਦੀ ਘਟਨਾ ਦੇਖੋ ਜੇ ਅੱਜ ਉੱਥੇ ਹੋਈ ਹੈ। ਇਸ ਤੋਂ ਪਹਿਲਾਂ ਆਪਣੇ ਸਿੱਖੂਪੁਰਾ ਬਾਰਡਰ ਦੇ ਉੱਤੇ ਹੋਈ, ਜਿਸ ਵੇਲੇ ਇਹਨਾਂ ਨੇ ਬੰਦੇ ਲਿਆ ਕੇ 100 ਬੰਦਾ ਲਿਆ ਕੇ ਹਮਲੇ ਕਰਾਏ। ਫਿਰ ਡਿਗਰੀ ਬਣਾਉਣ ਦੀ ਕੋਸ਼ਿਸ਼ ਕੀਤੀ।
ਹੈ ਅੱਜ ਪੁਲਿਸ ਦੇ ਕੋਲ ਲੈ ਲੈਣੀਆਂ ਕਰਦੇ ਸਾਡੀ ਜਾਨ ਬਖਸ਼ੀ ਕਰਦੇ ਇਹ ਕਿੰਨੀ ਵੱਡੀ ਗੱਲ ਹੋ ਗਈ ਇਹਨਾਂ ਹੈ ਅੱਜ ਕੱਲ੍ਹ ਆਰਾਮ ਤੇ ਜਾ ਕੇ ਰਾਤ ਨੂੰ ਪੇਸ਼ ਹੋਇਆ ਪੁਲਿਸ ਦੇ ਤੇ ਪੁਲਿਸ ਨੇ ਇਹਨੂੰ ਜ਼ਮਾਨਤ ਦੇ ਦਿੱਤੀ ਯਾਰ ਇੱਕ ਮੀਡੀਆ ਨੇ ਕਹਿ ਰਿਹਾ ਕਿ ਉਹਨਾਂ ਜੋ ਮੈਨੂੰ ਪੁੱਛਿਆ ਜੀ ਮੈਂ ਦੱਸਦਾ ਤੇ ਅਸਲੀ ਸੱਚਾਈ ਕੀ ਸੀ ਠੀਕ ਹੈ ਤੇ ਜਦੋਂ ਉਹਨਾਂ ਸੱਚਾਈ ਪਤਾ ਲੱਗਾ ਕਿ ਉਹਨਾਂ ਕਹਿੰਦੇ ਤੇ ਬਾਡੀ ਕੋ ਗੱਲ ਹਾਂਜੀ ਉਹ ਕਹਿੰਦੇ ਉਹ 1 ਲੱਖ ਰੁਪਈਆ ਜਿਹੜਾ ਵੇਚਿਆ ਸੀ ਜਿਹੜਾ ਉਹਨੂੰ ਲੈ ਕੇ ਆਉਂਦਾ ਤੇ ਉਹ ਨਾਮ ਮੁੜ ਕੇ ਨੂੰ ਦੇਣਾ ਠੀਕ ਹੈ ਹੁਣ ਤਾਂ ਜੀ ਕਹਿੰਦੇ ਅਸੀਂ ਮਤਲਬ ਡਟ ਕੇ ਖੜ ਗਏ ਆ ਮੋਰਚਿਆਂ ਦੇ ਉੱਤੇ ਤੇ ਹੁਣ ਅਸੀਂ ਕਿਸਾਨ ਅੰਦੋਲਨ ਨੂੰ ਜਿੱਤ ਤੱਕ ਪਹੁੰਚਾ ਕੇ ਹਟਾਂਗੇ ਇਹ ਤਾਂ ਬਿਆਨਬਾਜ਼ੀਆਂ ਹੋ ਰਹੀਆਂ ਕਿ ਕੁਛ ਐਲੀਮੈਂਟ ਇਹੋ ਜਿਹੇ ਹੈਗੇ ਆ ਜਿਹੜੇ ਬਿਨਾਂ ਸੋਚੇ ਸਮਝੇ ਬੜਕਾ ਮਾਰਨ ਵਾਲੀ ਗੱਲ ਇਹ ਤਾਂ ਉਹਨੂੰ ਕਰ ਦਿੰਦੇ ਕੰਮ ਇਹ ਸਰਕਾਰ ਤਾਂ ਚਾਹੁੰਦੀ ਸੀ ਕਿ ਜਦੋਂ ਦਾ ਆਏਗਾ ਕੰਮ ਚੈੱਕ ਕਰਦੇ ਉਹ ਕਰਕੇ ਚੜ ਜਾਂਦੇ ਨੇ ਮਤਲਬ ਦੰਗੇ ਫਸਾਦ ਹੋ ਜਾਂਦੇ ਤਾਂ ਹੁਣ ਉਹਨਾਂ ਨੇ ਕਿਉਂ ਦੇ ਚੱਕ ਕੇ ਵਾਪਸ ਭੇਜੇ ਹੋਣ ਦੀ ਗੱਲ ਠੀਕ ਹੈ ਜੀ ਇਸ ਕਰਕੇ ਇਹ ਚੀਜ਼ਾਂ ਹੁਣ ਤਾਂ ਜਿਸ ਦਾ ਕਿਸੇ ਨੇ ਕਰ ਰਿਹਾ ਇਹਦੇ ਵਿਰੁੱਧ ਤਾਂ ਇਹੋ ਹੀ ਇੱਕ ਤਰੀਕਾ ਸਾਰੇ ਦੇਸ਼ ਫੈਲਣਾ ਉਹ ਫੈਲਦੇ ਆ ਫਿਰ ਜਿੰਨੀਆਂ ਮਜ਼ਦੂਰ ਜਥੇਬੰਦੀਆਂ ਨੂੰ ਦੇਖੋ ਕਿੱਦਾਂ ਦੇ ਕੰਮ ਕਰ ਰਹੇ ਆ ਕਿ ਜੇ ਥੋੜਾ ਬਹੁਤੇ ਕੋਈ ਢਿੱਲੇ ਜਿਹੀ ਦਾ ਆਪ ਹੀ ਤਿਆਰ ਕਰ ਲੈ ਹਜ਼ਾਰਾਂ ਦੀ ਗਿਣਤੀ ਚ ਸਾਰੇ ਭਾਰਤ ਦੇ ਵਿੱਚ ਹੁਣ ਆਮ ਦੇ ਸਮੇਂ ਵਿੱਚ ਜਦੋਂ ਸਟਰਗਲ ਦੀ ਬਾਕੀ ਸਾਰੀਆਂ ਆਪਰੇਸ਼ਨ ਦੀ ਰਹਿਣ ਭਾਵੇਂ ਉੱਥੇ ਹੁਣ ਰੌਲਾ ਪਾ ਰਹੇ ਆ ਗਾਜੀਪੁਰ ਬਾਰਡਰ ਦਾ ਇਹ ਵੀ ਦੇਖੋ ਜੀ ਇਹ ਜਿਹੜੀ ਪੱਛਮੀ ਸ਼੍ਰੇਣੀਆਂ ਦੇ ਆਗੂ ਆ ਉਹਨਾਂ ਤੇ ਹਮਲਾ ਹੋ ਗਿਆ ਉਹ ਇਹਨਾਂ ਨੂੰ ਪੁੱਛੇ ਭਲੇ 500 ਹੀ ਉਹ ਟਿਕੈਟ ਦੀ ਕਹਿੰਦੇ ਥੋੜੇ ਪਰਾਂ ਨੀਰੇ 1.5 ਕਿਲੋਮੀਟਰ ਪਰਾਂ ਜਾ ਕੇ ਹਾਰ ਪਾਈ ਜਾਵੇ ਤੁਹਾਨੂੰ ਰੋਕਦੇ ਹੁਣ ਇਹ ਕਿੱਡੀ ਹੈ ਤਮਾਸ਼ਾ ਜਿਹੜਾ ਹੋ ਰਿਹਾ ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਬੜੀਆਂ ਸੋਚਣ ਜਾਣ ਵਾਲੀਆਂ ਔਰ ਸੋਚ ਵਿਚਾਰ ਵੀ ਰਹੇ ਆ ਤਾਂ ਦੇਖੋ ਕਿੱਧਰ ਨੂੰ ਜਾਂਦੀ ਹੈ ਗੱਲ ਹਾਂਜੀ ਪੱਟੀ ਸਾਹਿਬ ਜੇ ਗੱਲ ਕਰ ਲਈਏ ਪੰਜਾਬ ਦੀ ਆਪਾਂ ਅੱਗੇ ਚਲਾ ਲਈਏ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਆ ਉਹ ਬੜੇ ਉਲਝਣ 'ਚ ਪਈ ਹੋਈ ਆ ਅਜੇ ਤੱਕ ਪਤਾ ਨਹੀਂ ਕੋਈ ਮਸਲਾ ਹੱਲ ਹੁੰਦਾ ਲੱਗਦਾ ਨਹੀਂ ਆ ਉਂਝ ਨਵਜੋਤ ਸਿੱਧੂ ਜਿਹੜਾ ਟੌਪ ਲੀਡਰਸ਼ਿਪ ਨਾਲ ਮੁਲਾਕਾਤ ਕਰਨ 'ਚ ਕਾਮਯਾਬ ਹੋ ਗਿਆ ਮੁਸਕਰਾ ਵੀ ਰਿਹਾ ਖੁਸ਼ ਵੀ ਲੱਗ ਰਿਹਾ ਕੀ ਸੰਭਾਵਨਾਵਾਂ ਲੱਗਦੀਆਂ ਜੀ ਅਤੇ ਜਿਹੜਾ ਆਪਾਂ ਕੱਲ ਥੋੜੀ ਜਿਹੀ ਇੰਡੀਕੇਸ਼ਨ ਦਿੱਤੀ ਸੀ ਇਸ ਗੱਲ ਦੀ ਕਿ ਇਹ ਚੀਜ਼ ਜਿਹੜੀ ਆ ਸੈਂਟਰ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੇ ਤੋਂ ਵੱਖਰੀ ਨਹੀਂ ਹੈ ਜੇ ਸਿੱਧੂ ਬੋਲਦਾ ਸਿੱਧੂ ਬੜੀ ਦਲੇਰੀ ਨਾਲ ਬੋਲ ਰਿਹਾ ਕੈਪਟਨ ਦੇ ਪਰਚੇ ਉਡਾ ਰਿਹਾ ਨਾਲ ਹੀ ਉਹਨੇ ਅਕਾਲੀਆਂ ਨੂੰ ਵੀ ਕਰ ਲਿਆ ਉਹਨੂੰ ਪਤਾ ਕਰਨਾ ਹੀ ਬਣਦਾ ਜੋ ਉਹਨਾਂ ਕਰਨਾ ਉਹਨਾਂ ਚੀਜ਼ ਆ ਆਪਣੀ ਪਾਰਟੀ ਦਾ ਵੀ ਕੱਖ ਨਹੀਂ ਛੱਡਿਆ ਤੇ ਨਾ ਹੀ ਦੂਸਰਿਆਂ ਦਾ ਤਾਂ ਹੁਣ ਮਤਲਬ ਮਸਲਾ ਇਹ ਆ ਕਿ ਜਦੋਂ ਸਿੱਧੂ ਇੱਥੋਂ ਦਿੱਲੀ ਨੂੰ ਚੱਲਿਆ ਇਹਨੇ ਐਲਾਨ ਕੀਤਾ ਉਹ ਐਲਾਨ ਕਰਕੇ ਗਿਆ ਵੀ ਮੈਂ ਪਿੰਡ ਚੱਲਿਆ ਤੇ ਅੱਗੇ ਉਹ ਇੱਕ ਬਿਆਨ ਆਉਂਦਾ ਰਾਹੁਲ ਦਾ ਕਿ ਮੈਂ ਤੇ ਪਬਲਿਕ ਮੀਟਿੰਗ ਬਾਅਦ ਫਿਰ ਕੀ ਹੁੰਦਾ ਫਿਰ ਉਹਦੇ ਵਿੱਚ ਮੀਟਿੰਗਾਂ ਹੁੰਦੀਆਂ ਪ੍ਰਿੰਕਾ ਦੇ ਨਾਲ ਮੀਟਿੰਗ ਹੋਈ ਹੈ ਫਿਰ ਹੁਣ ਰਾਹੁਲ ਦੇ ਨਾਲ ਵੀ ਹੋ ਗਈ ਹੈ ਤੇ ਹੁਣ ਇਹਨੂੰ ਕਿਸੇ ਤਰੀਕੇ ਨਾਲ ਉਹਨਾਂ ਨੇ ਸਮਝਾ ਲਿਆ ਇਸ ਗੱਲ ਨੂੰ ਕਿ
ਲੰਚ ਹੁਣ ਮੀਟਿੰਗ ਜਿਹੜੀ ਡਿਨਰ ਡਿਪਲੋਮੇਸੀ ਆ ਹਾਂ। ਉਹ ਇਹਦੇ ਤੋਂ ਵੀ ਚੱਲ ਰਹੀ ਹੈ। ਲੰਚ ਤੇ ਮੀਟਿੰਗ ਉਹ ਪਰ ਜਿਹੜਾ ਖਾਣੇ ਤੇ ਸੱਦਿਆ ਗਿਆ ਉਹਦੇ ਵਿੱਚ 10 ਮੰਤਰੀ ਤੇ ਐਮਐਲਏ ਹਾਂਜੀ 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 ਜਿਹਦੇ ਵਿੱਚ ਉਹਨਾਂ ਨੂੰ ਮਤਲਬ ਜਿਹਦੇ ਵਿੱਚ ਇੱਕ ਤੁਹਾਨੂੰ ਪਤਾ ਹੋਊਗਾ ਪਿੱਛੇ ਖਬਰਾਂ ਚੱਲੀਆਂ ਸੀ ਕਿ ਅਸ਼ਨੀਸ਼ੇਰ ਸੇਖੜੀ ਜਿਹੜਾ ਹੈਗਾ ਬਟਾਲੇ ਦਾ ਉਹ ਜਾ ਰਹੇ ਸੀ ਅਕਾਲੀਆਂ ਵੱਲ ਜਾ ਰਹੇ ਸੀ। ਉਹਨੂੰ ਵੀ ਸੱਦਿਆ ਗਿਆ, ਉਹਨੂੰ ਬੁਲਾ ਵੀ ਲਿਆ ਗਿਆ ਬਈ ਮਤਲਬ ਕੋਈ ਗੱਲ ਨਹੀਂ ਸਾਡੇ ਸਾਰਾ ਧਿਆਨ ਚ ਹੈ। ਔਰ ਦੂਸਰੇ ਪਾਸੇ ਸੁਨੀਲ ਜਾਖੜ ਵੀ ਉੱਥੇ ਸੀਗੇ, ਰਾਮ ਮਹਿੰਦਰਾ ਵੀ ਉੱਥੇ ਸੀ, ਮਨੀਸ਼ ਤਿਵਾੜੀ ਵੀ ਉੱਥੇ ਸੀ। ਮਨੀਸ਼ ਤਿਵਾੜੀ ਦਾ ਵੀ ਥੋੜਾ ਜਿਹਾ ਮਤਲਬ ਜਿਹੜਾ ਕੇਂਦਰ ਨੇ ਥੋੜਾ ਛਿੜਕਿਆ ਵਿਸ਼ੇ ਕੀਤਾ ਤੇ ਇੱਕ ਪੂਰੀ ਮਤਲਬ ਰਣਨੀਤੀ ਜਿਹੜੀ ਆ ਉਹ ਡਿਨਰ ਡਿਪਲੋਮੇਸੀ ਤੇ ਬਣੀ। ਹੁਣ ਤੁਸੀਂ ਦੇਖੋ ਤੇ ਉਹਦੇ ਵਿੱਚ ਪ੍ਰਗਟ ਸਿੰਘ ਨੂੰ ਨਹੀਂ ਸੱਦਿਆ, ਚੰਨੀ ਨੂੰ ਨਹੀਂ ਸੱਦਿਆ ਤੇ ਹੋਰ ਵੀ ਕਈ ਮਤਲਬ ਜਿਹੜੇ ਬਿਆਨ ਦੱਸਦੇ ਸੀ ਨਾ ਵਿਰੋਧ ਦੇ ਵਿੱਚ ਉਹ ਸਾਰਿਆਂ ਦੇ ਵਿਰੋਧ ਚ ਇੱਕ ਕਿਸਮ ਦੀ ਜੁਗਤਬੰਦੀ ਜਿਹੜੀ ਹੈ ਕੈਪਟਨ ਕਰ ਰਿਹਾ ਹੈ। ਠੀਕ ਹੈ। ਔਰ ਇਹ ਗਾ ਕੀ ਹੋਇਆ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਹਨਾਂ ਨੇ ਮਿਲ ਕੇ ਚੱਲਣ ਵਾਲੀ ਗੱਲ ਤਾਂ ਮੈਨੂੰ ਨਹੀਂ ਦਿਸਦੀ। ਪਰ ਜੇ ਹੁਣ ਪਾਰਟੀ ਦੀ ਹਾਈ ਕਮਾਂਡ ਦਾ ਕਹਿਣਾ ਨਹੀਂ ਮੰਨਦੇ ਕੋਈ ਵੀ ਹੋਵੇ ਇਹਨਾਂ ਚੋਂ ਤਾਂ ਸ਼ੇਖ ਦੇ ਪਾਸੇ ਫਿਰ ਕਿੱਧਰ ਨੂੰ ਜਾਣਾ। ਠੀਕ ਹੈ ਜੀ। ਦੇਖੋ ਨਾ ਕਿ ਆਸਰਾ ਕੀ ਹੈ। ਹੁਣ ਨਵਜੋਤ ਸਿੱਧੂ ਆ ਜੇ ਸੋਚੇ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਮੈਨੂੰ ਇਹ ਐਲਾਨ ਕਰਕੇ ਢੋਲ ਵਜਾ ਕੇ ਨਾਲ ਲੱਗ ਤੂੰ ਤੈਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣਾ, ਇਹ ਵੀ ਗੱਲ ਮੈਨੂੰ ਨਹੀਂ ਸੰਭਵ ਲੱਗਦੀ ਅੱਜ ਦੀ ਹਾਲਤ। ਠੀਕ ਹੈ ਕਿ ਉਹ ਇਹਨੂੰ ਮਤਲਬ ਲੈ ਸਕਦੇ ਆ ਪਰ ਉੱਥੇ ਨਹੀਂ ਜਾਂਦਾ ਤੇ ਉੱਥੇ ਕੀ ਕਰਦਾ ਇਹ ਵੀ ਉਹਨਾਂ ਨੂੰ ਪਤਾ ਡਰ ਹੋਣਾ। ਉਹ ਖਹਿਰੇ ਤੋਂ ਡਰੇ ਆ ਪਹਿਲੋਂ ਕਿ ਜਦੋਂ ਮਾਰਚ ਐਲਾਨ ਵੀ ਦਿੱਤਾ ਵਿਰੋਧੀ ਆਗੂ ਵੀ ਬਣਾਇਆ ਉਹਦੇ ਬਾਅਦ ਸਾਡੇ ਨਾਲ ਕੀ ਹੇਠ ਕੀਤਾ। ਠੀਕ ਹੈ। ਤੇ ਦੂਸਰੇ ਪਾਸੇ ਜਿੱਦਾਂ ਖਹਿਰਾ ਆ ਉਹ ਕੈਪਟਨ ਦੇ ਨਾਲ ਪੂਰੀ ਤਰ੍ਹਾਂ ਸਪੋਰਟ ਤੇ ਤੁਰਿਆ ਉਹ ਵੀ ਕੋਸ਼ਿਸ਼ ਕਰੂਗਾ ਕਿ ਇਹਦਾ ਕੋਈ ਮਦਦ ਕੀਤੀ ਜਾਵੇ ਜੇ ਨਾ ਮੇਰੇ ਵੀ ਨੰਬਰ ਬਣਦਾ ਸਰੀਕ ਨਾ ਸਾਹਮਣੇ ਹੁਣ ਆਉਂ ਮਿਲ ਵੀ ਆਇਆ ਪਹਿਲੋਂ ਜਾ ਕੇ ਤੇ ਪਿੱਛੇ ਦੇ ਦੇਖੋ ਓਵਰਆਲ ਲੋਕਾਂ ਨਾਲ ਕੋਈ ਹਮਦਰਦੀ ਮੈਨੂੰ ਨਹੀਂ ਲੱਗਦਾ। ਵੱਡੀ ਗੱਲ ਹੈ, ਵੱਡੀ ਗੱਲ ਹੈ। ਤੁਸੀਂ ਦੱਸੋ ਕਿ ਕਿਸਾਨ ਆਗੂ ਜਿਹੜੇ ਬੈਠੇ ਆ ਜੇ ਉਹਨਾਂ ਚ ਕੋਈ ਏਦਾਂ ਦਾ ਹੋਵੇ ਕਿ ਮੈਨੂੰ ਕੋਈ ਵੱਡਾ ਹੁੰਦਾ ਮਿਲ ਜਾਵੇ ਤੇ ਮੇਰਾ ਖਿਆਲ ਹੈ ਕਿ ਹੁਣ ਉਹਦਾ ਅੰਦੋਲਨ ਖਤਮ ਹੋ ਜਾਂਦਾ। ਇੱਕ ਪਾਸੇ ਦੋ ਚੀਜ਼ਾਂ ਹੋ ਰਹੀ, ਇੱਕ ਪਾਸੇ ਲੋਕਾਂ ਦਾ ਭਲਾ ਚਾਹੁਣ ਲਈ ਕਿਸਾਨਾਂ ਦਾ ਭਲਾ ਚਾਹੁਣ ਦੇ ਲਈ ਉਹ ਕੁਰਬਾਨੀਆਂ ਦੇ ਰਹੇ ਔਰ ਉਹਨਾਂ ਦੇ ਆਗੂ ਵਾਰ-ਵਾਰ ਕਹਿ ਰਹੇ ਸਾਨੂੰ ਕਿਸੇ ਅਹੁਦੇ ਦੀ ਲੋੜ ਨਹੀਂ, ਸਾਨੂੰ ਕਿਸੇ ਮਾਣ ਸਨਮਾਨ ਦੀ ਲੋੜ ਨਹੀਂ, ਅਸੀਂ ਮਤਲਬ ਕੋਈ ਰਾਜਨੀਤੀ ਚ ਨਹੀਂ ਪੈਣਾ, ਸਾਡਾ ਇਹ ਮਿਸ਼ਨ ਹੈ ਅਸੀਂ ਉਹਨੂੰ ਪੂਰਾ ਕਰਨਾ ਤੇ ਧਿਆਨ ਦੇਣ ਜਾਂਦੀ ਤੇ ਚੱਲ ਦੂਏ ਪਾਸੇ ਅਜੇ 8 ਮਹੀਨੇ ਪਏ ਆ ਕਿਹਨੂੰ ਕੁਰਸੀ ਕਿੱਦਾਂ ਮਿਲਣੀ ਹੈ, ਕੌਣ ਕਿੱਥੇ ਚੜੂਗਾ, ਕਿ ਕੀ ਉਹਦੇ ਬਣਗੇ ਕਿਹੜੇ ਦੋੜੇ ਵੱਜਣਗੇ, ਇਹਦਾ ਵੀ ਲੜਾਈ ਲੋਕ ਦੇਖ ਰਹੇ ਨਾ। ਲੋਕ ਦੋ ਚੀਜ਼ਾਂ ਦੇਖ ਰਹੇ ਕਿ ਸਾਡੇ ਦੀ ਅਸਲ ਲੜਨ ਵਾਲੇ ਕੌਣ ਹੈ ਤੇ ਇਹ ਸਾਡੇ ਦੇ ਰਾਜਨੀਤੀ ਕਰਨ ਵਾਲੇ ਬੰਦੇ ਸਾਡੀਆਂ ਮਜਬੂਰੀਆਂ ਸਾਡੀਆਂ ਮੁਸ਼ਕਲਾਂ ਸਾਡੀ ਜਿਹੜੀ ਤਬਾਹੀ ਹੋ ਰਹੀ ਹੈ ਉਹਦਾ ਫਾਇਦਾ ਉਠਾ ਕੇ ਇਹ ਇਸ ਢੰਗ ਦੇ ਨਾਲ ਤਮਾਸ਼ਾ ਕਰ ਰਹੇ। ਸੋ ਇਹ ਤਮਾਸ਼ਾ ਜਿਹੜਾ ਹੋ ਰਿਹਾ ਦੂਏ ਪਾਸੇ ਕੁਰਬਾਨੀ ਜਿਹੜੀ ਕਿ ਉਹਦੀ ਮਿਸਾਲ ਹੈ ਸਾਡੀ ਦੁਨੀਆ ਬਣ ਰਹੀ ਹੈ ਇਹ ਹਾਲਤ ਦੇ ਵਿੱਚ ਲੋਕਾਂ ਨੂੰ ਇਹ ਗੁੰਮਰਾਹ ਕਰ ਰਹੇ ਲੋਕਾਂ ਨੂੰ ਇਹ ਲਾਲਚ ਦੇ ਰਹੇ ਇਹ ਕੁਛ ਹੁਣ ਚੱਲਣਾ ਨਹੀਂ। ਜੇ ਇਹ ਨਹੀਂ ਚੱਲਿਆ ਤਾਂ ਕੀ ਚੱਲਣਾ ਤਾਂ ਉਹ ਦੂਸਰੀ ਚੀਜ਼ ਆ ਜੂਗੀ ਸਾਹਮਣੇ। ਪਰ ਸਰ 15 ਮਿੰਟ ਆਪਣੇ ਕੋਲ ਹੋਰ ਹੈ ਤੇ ਖਬਰਾਂ ਇੰਪੋਰਟੈਂਟ ਵਿੱਚੋਂ ਜਿਹੜੀ ਇੱਕ ਵਾਰ ਕਰਨੀ ਚਾਹੁੰਦਾ ਤੁਹਾਡੇ ਨਾਲ ਜੀ ਉਹ ਹੈਗੀ ਆ ਕਿ ਉੱਤਰਾਖੰਡ ਦੇ ਵਿੱਚ ਜਿਹੜਾ ਉਹਦਾ ਮੁੱਖ ਮੰਤਰੀ ਸੀਗਾ ਉਹਨੂੰ ਕੇਂਦਰੀ ਲੀਡਰਸ਼ਿਪ ਨੇ ਬੀਜੇਪੀ ਦੇ ਨੇ ਦਿੱਲੀ ਸੱਦਿਆ ਤੇ ਉੱਥੇ ਹੀ ਪਾ ਲਿਆ। ਜਿੱਦਾਂ ਨਾ ਪੁਲਿਸ ਵਾਲੇ ਥਾਣੇ ਨਹੀਂ ਸੱਦਦੇ ਕਿਸੇ ਬੰਦੇ ਨੂੰ ਉਹ ਸੱਦ ਕੇ ਕਹਿੰਦੇ ਇੱਥੇ ਬਿਠਾ ਲੈ ਜਾਣਾ ਨਹੀਂ ਉਹਦੇ ਤੇ ਕੋਈ ਨਾ ਕੋਈ ਕੇਸ ਪਾ ਦਿੰਦੇ ਉਲਟਾ ਸਿੱਧਾ। ਇਹ ਤੇ ਕੋਈ ਇਹ ਉੱਤਰਾਖੰਡ ਦੇ ਮੁੱਖ ਮੰਤਰੀ ਤੇ ਕੇਸ ਕੁਛ ਨਹੀਂ ਪਾਤਾ ਕੋਈ ਜੀ ਲੀਡਰਸ਼ਿਪ ਨੇ। ਕੇਸ ਤਾਂ ਕਿਸੇ ਵਾਸਤੇ ਪਿਆ ਹੀ ਆ। ਅੱਛਾ ਜੀ। ਕੇਸ ਪਿਆ ਕਰਕੇ ਪੁਲਿਸ ਜਿਹੜੀ ਹੈ ਨਾ ਜਦੋਂ ਉਹਨੂੰ ਸੂਹ ਮਿਲਦੀ ਹੈ ਕਾਦੀ ਲੱਗਦੀ ਨਾ ਜਦੋਂ ਉਹਨੂੰ ਫੜ ਕੇ ਨਹੀਂ ਚੱਕ ਉਹ ਸਰਪੰਚਾਂ ਦੇ ਨੰਬਰਦਾਰਾਂ ਦੇ ਕਹਿਣ ਤੇ ਸੱਦ ਲੈਂਦੀ ਨਾ ਜੀ ਆ ਜਾਓ। ਅੱਛਾ ਉਹ ਹੋਇਆ ਕੀ ਆ ਹੋਇਆ ਇਹ ਆ ਕਿ ਜਿਹੜੀ ਸੈਂਟਰ ਲੀਡਰਸ਼ਿਪ ਹੈ ਨਾ ਵਿਸ਼ੇਸ਼ ਕਰਕੇ ਅਮਿਤ ਸ਼ਾਹ ਆ ਮੋਦੀ ਆ ਤੇ ਆਪਣਾ ਉਹ ਉਹਨਾਂ ਦਾ ਪ੍ਰਧਾਨ ਹੈ ਇਹ ਸਾਡੇ ਨਾਖੁਸ਼ ਹੈ ਉਹਦੇ ਤੋਂ ਕਿ ਇਹਨੇ ਜੋ ਕੰਮ ਕੀਤੇ ਆ ਅਸੀਂ ਬੁਲਾਇਆ ਤੇ ਅਸੀਂ ਇਹਨਾਂ ਦੇ 2 ਮਹੀਨੇ ਹੋਏ ਆ ਬੁਲਾਇਆ ਤੇ ਇਸ ਕਰਕੇ ਸੀ ਕਿ ਲੋਕਾਂ ਵਿੱਚ ਸਾਡੀ ਪੈੜ ਬਣੂਗੀ ਤੇ ਇਹਦਾ ਲੋਕ ਵਿਰੋਧ ਹੀ ਬਹੁਤ ਕਰਦੇ
ਹੁਣ ਉਹ ਇੱਕ ਕੜਿੱਕੀ 'ਚ ਫਸ ਗਿਆ। ਸੁਪਰੀਮ ਕੋਰਟ ਨੇ ਤਾਂ ਉਹਦਾ ਸਾਰਾ ਰਿਕਾਰਡ ਮੰਗ ਲਿਆ ਵੀ ਉਹਨੇ ਕਿਹਾ ਕੀ ਸੀਗਾ ਅਸਲ ਵਿੱਚ, ਜਿਹਦਾ ਕਰਕੇ ਡਾਕਟਰਾਂ ਨੇ ਥਾਂ ਥਾਂ ਤੇ ਪੂਰੇ ਭਾਰਤ ਵਿੱਚ ਉਹਦੇ ਖਿਲਾਫ, ਬਾਬਾ ਰਾਮਦੇਵ ਦੇ ਖਿਲਾਫ ਕੇਸ ਦਰਜ ਕਰਵਾਏ ਆ। ਤੇ ਬਾਬਾ ਰਾਮਦੇਵ ਰੈਲੀਆਂ ਕੱਢਦਾ ਪਿਆ ਸੁਪਰੀਮ ਕੋਰਟ ਦੇ ਮੂਹਰੇ ਕਿ ਮੈਨੂੰ ਥਾਂ ਥਾਂ ਤੇ ਜਾਣਾ ਔਖਾ ਹੋਊਗਾ, ਸਾਰੇ ਕੇਸ ਇਕੱਠਿਆਂ ਦੀ ਸੁਣਵਾਈ ਇੱਕੋ ਥਾਂ ਹੀ ਕਰ ਲਓ, ਦਿੱਲੀ ਕਰ ਲਓ ਜਾਂ ਕਿਸੇ ਹੋਰ ਥਾਂ ਕਰ ਲਓ। ਤੇ ਸੁਪਰੀਮ ਕੋਰਟ ਨੇ ਮੰਗ ਲਿਆ ਸਾਰਾ ਕੁਝ ਵੀ ਉਹ ਦਿਖਾ, ਸਾਨੂੰ ਸੁਣਾ ਪਹਿਲਾਂ ਜਿਹੜਾ ਤੇਰਾ ਬਿਆਨ ਆ, ਜਿਸ ਬਿਆਨ ਤੋਂ ਦੁਖੀ ਹੋ ਕੇ, ਔਖੇ ਹੋ ਕੇ ਤੇਰੇ ਖਿਲਾਫ ਡਾਕਟਰਾਂ ਨੇ ਕੇਸ ਦਰਜ ਕਰਵਾਏ ਆ। ਕੀ ਲੱਗਦਾ ਜੀ ਬਾਬਾ ਫਸ ਗਿਆ ਕਿ ਬਾਬਾ ਇਹ ਚਲਾਕੇ ਚੁੱਕੇ ਤੇ ਚੰਗੀਆਂ ਜਾਣਦਾ, ਸਰਕਾਰ ਦੀ ਮਦਦ ਨਾਲ ਨਿਕਲ ਜਾਊਗਾ? ਹਾਂਜੀ 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 ਤੇ ਇਹ ਖੁਦ ਹੀ ਜਾਣ ਚ ਫਸ ਕੇ ਜਾ ਇਹਨਾਂ ਸੁਪਰੀਮ ਕੋਰਟ ਦੇ ਵਿੱਚ ਮਤਲਬ ਕੋਈ ਗੱਲ ਨਹੀਂ ਸੀ ਪਹਿਲੋਂ ਵੱਖ-ਵੱਖ ਥਾਂ ਤੇ ਮਾਮਲੇ ਦਰਜ ਸੀ, ਉਹਦੇ ਭੁਗਤਣ ਜਾ ਕੇ ਇਹਨਾਂ ਕੀਤੀ ਚੁਸਤੀ, ਇਹ ਆਸਰਾ ਕੀਤੀ ਕਿ ਸੁਪਰੀਮ ਕੋਰਟ ਪਹਿਲੋਂ ਤੇ ਸਾਡੇ ਹੱਕ ਦੀ ਕਰਦੀ ਹੈ, ਇਹਦਾ ਹੁਣ ਵੀ ਹੋ ਜੂਗਾ। ਉਹ ਬਦਕਿਸਮਤੀ ਇਹ ਨਿਕਲੀ, ਇਹਨਾਂ ਨੇ ਕੀ ਕੀਤਾ ਕਿ ਵਕੀਲਾਂ ਨੇ ਜਾ ਕੇ ਪਟੀਸ਼ਨ ਪਾਤੀ ਸੁਪਰੀਮ ਕੋਰਟ ਚ। ਇਹਦੀ ਦੇਖੋ ਗੱਲ ਇਹ ਆ ਕਿ ਸਾਡੇ ਤੇ ਰਾਜਨੀਤਿਕ ਖੁੰਦਕਬਾਜ਼ੀ ਦੇ ਨਾਲ ਵੱਖ-ਵੱਖ ਦੇਸ਼ ਦੇ ਕਈ ਹਿੱਸਿਆਂ 'ਚ ਕੇਸ ਦਰਜ ਹੋਏ ਆ ਤੇ ਇਹਨਾਂ ਬਹੁਤ ਜੱਜ ਸਾਡੇ ਸਾਰੇ ਕੇਸਾਂ ਦੀ ਇਕੱਠੀ ਸੁਣਵਾਈ ਸੁਪਰੀਮ ਕੋਰਟ ਹੀ ਕਰ ਰਹੇ। ਠੀਕ ਹੈ ਜੀ, ਠੀਕ ਹੈ। ਤੇ ਨਾਲ ਹੀ ਇਹਨਾਂ ਨੇ ਮਸਲਾ ਰੱਖਿਆ ਕਿ ਅਸੀਂ ਇਹਦਾ ਕੋਈ ਲਫ਼ਜ਼ ਹੀ ਨਹੀਂ ਬੋਲਿਆ। ਅਸੀਂ ਤਾਂ ਸਿਰਫ ਜਿਹੜੇ ਸਾਡੇ ਮਤਲਬ ਸਵਾਮੀ ਰਾਮਦੇਵ ਜੀ ਆ, ਉਹਨਾਂ ਨੇ ਤਾਂ ਸਟਾਰ ਕੋ ਕਿਸੇ ਦਰਜ ਕਰ ਰਹੇ ਸੀ ਤੇ ਉਹਨਾਂ ਨੇ ਕਹਿਤਾ ਕਿ ਇਹ ਡਾਕਟਰਾਂ ਦੇ ਨਿਰਦੇਸ਼ ਹੈ ਨਾ, ਬੇਵਕੂਫ ਵਾਲੀ ਗੱਲ। ਅੱਛਾ, ਸੁਪਰੀਮ ਕੋਰਟ ਦੇ ਜੱਜ ਕੋਈ ਮੂਰਖ ਥੋੜੀ ਹੈ। ਉਹ ਕਹਿੰਦੇ ਵੀ ਡਾਕਟਰ ਤੋਂ ਡਾਕਟਰ ਕਿੱਦਾਂ ਬਣ ਗਿਆ ਬਈ? ਕਹਿੰਦੇ ਸਾਰੀ ਵੀਡੀਓ ਤੋਂ ਠੀਕ ਹੈ ਟੋਟਲ ਸਾਰੀ ਵੀਡੀਓ ਕਿਉਂ ਨਹੀਂ ਦੱਸੀ, ਕਿਉਂ ਨਹੀਂ ਸਾਰੀ ਵੀਡੀਓ ਪੇਸ਼ ਕੀਤੀ, ਕਿਉਂ ਨਹੀਂ ਲਿਆ? ਫਿਰ ਉੱਥੇ ਮੰਨ ਕੇ ਆਏ ਜੀ ਅਸੀਂ ਉਹ ਵੀਡੀਓ ਪੇਸ਼ ਕਰਦੇ ਹਾਂ। ਉਸ ਵੀਡੀਓ ਨੂੰ ਜਦੋਂ ਪੇਸ਼ ਕਰਨਾ ਉਹਦੇ ਵਿੱਚ ਕਲੀਅਰ ਕੱਟ ਕਹਿੰਦਾ ਕਿ ਇਹ ਜਿਹੜੇ ਡਾਕਟਰ ਬਣੇ ਫਿਰਦੇ ਆ, ਜਿਹੜੀਆਂ ਲੈ ਕੇ ਤੁਰੇ ਫਿਰਦੇ ਆ, ਹਜ਼ਾਰ ਡਾਕਟਰ ਬਣ ਜਵੇ, ਇਹਨਾਂ ਕੋਲ ਆਪਣੇ ਆਪ ਦਾ ਵਿਚਾਰ ਨਹੀਂ ਹੋਇਆ, ਲੋਕਾਂ ਦਾ ਕੀ ਕਰੂਗੇ? ਹੈ ਮੈਂ ਤੁਹਾਨੂੰ ਬਰੀਫਿੰਗ ਕਰਦਾ ਉਹਦੀ ਵੀਡੀਓ ਦੀ। ਦੂਸਰੀ ਗੱਲ ਕਹਿੰਦਾ ਇਹ ਅਸਲ ਦੇ ਵਿੱਚ ਮੇਰੀ ਗੱਲ ਦੇਖੋ, ਕਹਿੰਦਾ ਮੈਂ ਡਾਕਟਰ ਨਾਲੇ ਪੁੱਤਰ ਲੰਮਾ ਪਿਆ, ਲੱਤਾਂ ਬਾਹਰ ਚੁੱਕੀਆਂ ਪਿੱਛੋਂ ਪਰਫਾਰਮ ਕਰ ਰਿਹਾ ਉਸ ਵੀਡੀਓ 'ਚ। ਔਰ ਨਾ ਕਹਿੰਦਾ ਮੈਂ ਡਾਕਟਰ ਆ, ਮੈਂ ਕਿਸੇ ਯੂਨੀਵਰਸਿਟੀ 'ਚ ਨਹੀਂ ਗਿਆ, ਮੈਂ ਕਿਤੇ ਨਹੀਂ ਪੜ੍ਹਿਆ, ਮੈਂ ਡਾਕਟਰ ਆ, ਮੇਰੇ ਕੋਲ ਪੁੱਛੋ ਕਿੱਦਾਂ ਚਾਹੂੰਗਾ। ਤੇ ਫਿਰ ਨਾਲ ਕੀ ਕਰਦਾ, ਕਹਿੰਦਾ ਬਣੇ ਫਿਰਦੇ ਆ ਡਾਕਟਰ ਇਹਨਾਂ ਨੇ ਡਾਕਟਰ ਲਾ ਲਿਆ ਪਿਛਲਾ ਇੱਕ ਮੇਰਾ ਵੱਲ ਬੋਲ ਰਿਹਾ। ਹੁਣ ਸੁਪਰੀਮ ਕੋਰਟ ਨੇ ਕਿਹਾ ਜਾਓ ਪੁੱਤਰ ਸਾਰਾ ਕੋਈ ਕੱਢੋ, ਤੇ ਮੈਨੂੰ ਲੱਗਦਾ ਇਹ ਸਜ਼ਾ ਹੋ ਜਾਣੀ ਹੈ, ਅੰਦਰ ਵੀ ਜਾਊਗਾ, ਕਿਉਂਕਿ ਸੁਪਰੀਮ ਕੋਰਟ ਦੇ ਤੇਵਰ ਵੀ ਕੁਛ ਬਦਲੇ ਹੋਏ ਆ, ਨਹੀਂ ਸਪੋਰਟ ਕਰ ਲਾਂਗੇ ਇਹਨਾਂ ਨੂੰ। ਇਹਨਾਂ ਨੂੰ ਕੋਈ ਪਹਿਲਾ ਕਾਨੂੰਨ ਦੇ ਜਿਹੜਾ ਤੋੜਾ ਹੀ ਨਹੀਂ, ਇਸ ਪਾਸੇ ਹਜ਼ਾਰ ਡਾਕਟਰ ਦੀ ਮੌਤ ਦੀ ਗੱਲ ਦਾ ਤਮਾਸ਼ਾ ਬਣਾਉਂਦਾ, ਕੀ ਇਹ ਪੂਰੀ ਕਰਨਾ? ਠੀਕ ਹੈ ਜੀ। ਔਰ ਇਹ ਦਾਅਵੇ ਨਾਲ ਜਿਹੜਾ ਇਹਦਾ ਮਤਲਬ ਇਹ ਸਾਰੇ ਸਿਸਟਮ ਨੂੰ ਚੈਲੰਜ ਕਰਦਾ ਹੈ। ਇਸ ਕਰਕੇ ਇਹ ਦਿਨ ਮਾੜਿਆਂ ਦੀਆਂ ਨਿਸ਼ਾਨੀਆਂ। ਫਿਰ ਉੱਥੇ ਵਕੀਲਾਂ ਨੇ ਬੜੇ ਜ਼ੋਰ ਲਾਇਆ, ਨਹੀਂ ਜੀ ਹੋਰ ਕੋਈ ਗੱਲ ਹੈ, ਉਹ ਕਹਿੰਦੇ ਲੋ ਪੂਰੀ ਵੀਡੀਓ ਲਿਆਓ, ਪੂਰੀ ਔਰ ਸਾਰਾ ਰਿਕਾਰਡ ਲਿਆਓ ਜਿਹੜਾ ਹੋਰ ਵੀ ਇਹ ਬੋਲਦਾ ਰਿਹਾ। ਇਹ ਤਾਂ ਕਈਆਂ ਹੋਰ ਤੇ ਬੋਲਿਆ ਇਹ ਗੱਲਾਂ ਇੱਥੇ ਥੋੜੀ ਹੈ। ਸੋ ਇਹ ਚੀਜ਼ ਦਾ ਫੈਸਲਾ ਹੋਊਗਾ, ਦੇਖੋ ਕੀ ਹੁੰਦਾ ਹੈ। ਪਰ ਇਹ ਕਿ ਨੀਂਦ ਉੱਡ ਗਈ ਹੈ ਉਹਦੀ ਲਾਲਾ ਰਾਮਦੇਵ ਜੀ ਤੇ ਨਾਲ ਹੀ ਉਹਦੇ ਵਕੀਲਾਂ ਜਾਂਦੇ ਇੱਕ ਸਵਾਲ ਬਹੁਤ ਜ਼ਰੂਰੀ ਜਿਹੜਾ ਮੈਂ ਕਰਨਾ ਚਾਹੁੰਦਾ ਜੀ। ਭੱਟੀ ਸਾਹਿਬ, ਬਹੁਤ ਸਾਰੇ ਲੋਕ, ਅਸੀਂ ਤੁਸੀਂ ਸਾਰੇ ਕੈਨੇਡਾ ਆਏ ਆ, ਇੱਕ ਨਵੀਂ ਉਮੀਦ ਨਾਲ ਆਏ ਆ, ਨਵੇਂ ਸੁਪਨੇ ਹੁੰਦੇ ਆ, ਬੱਚਿਆਂ ਦੇ ਸੁਪਨੇ ਹੁੰਦੇ। ਬਹੁਤੇ ਲੋਕ ਅਸੀਂ ਇਹ ਕਹਿੰਦੇ ਆ ਕਿ ਅਸੀਂ ਬੱਚਿਆਂ ਦੀ ਖਾਤਰ ਆਏ ਆ। ਬੱਚੇ ਵੀ ਆਉਂਦੇ ਆ, ਸਟੂਡੈਂਟ ਆਉਂਦੇ ਆ, ਫਿਰ ਉਹ ਵਰਕ ਪਰਮਿਟ ਲੈਂਦੇ ਆ, ਫਿਰ PR ਹੋ ਜਾਂਦੇ ਆ, ਫਿਰ ਬੜੇ ਹੁਸ਼ਿਆਰ ਆ ਪੜ੍ਹਾਈ ਵਿੱਚ ਵੀ, ਕੰਮ ਕਰਨ 'ਚ ਵੀ, ਉਹ ਸਿਟੀਜ਼ਨ ਵੀ ਬਣ ਜਾਂਦੇ ਆ। ਪਰ ਬਹੁਤ ਸਾਰੇ ਕੇਸ ਸਾਡੇ ਇਸ ਤਰੀਕੇ ਦੇ ਸਾਹਮਣੇ ਆਉਂਦੇ ਪਏ ਜਿਹਦੇ 'ਚ ਪੰਜਾਬੀਆਂ ਦਾ ਸਿਰ ਖਾਸ ਕਰਕੇ ਨੀਵਾਂ ਹੁੰਦਾ ਪਿਆ। ਉਹ ਘਟਨਾ ਕੋਈ ਨਾ ਕੋਈ ਰੋਜ਼ ਵਾਪਰੀ ਰਹਿੰਦੀ ਹੈ। ਕਦੀ ਡਰੱਗ ਦੇ ਮਾਮਲੇ 'ਚ ਫਸ ਗਏ, ਕਦੀ ਕੋਈ ਟਰਕਿੰਗ ਦੇ ਮਾਮਲੇ 'ਚ ਇਦਾਂ ਦੀ ਗੱਲ ਹੋ ਗਈ ਵੀ
ਕੋਈ ਕਾਇਦੇ ਕਾਨੂੰਨਾਂ ਦੀ ਪਰਵਾਹ ਹੀ ਨਹੀਂ ਕੀਤੀ। ਹੁਣ ਇੱਕ ਨਵਾਂ ਕੇਸ ਆ ਗਿਆ ਜੀ, 16 ਪੰਜਾਬੀ ਜਿਹੜੇ ਫੜੇ ਗਏ ਆ, ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਹੋ ਗਏ ਆ ਔਰ ਉਹਨਾਂ ਨੂੰ ਪੇਸ਼ ਕਰਨਾ ਅਦਾਲਤ ਦੇ ਵਿੱਚ। ਉਹਨਾਂ ਸਾਰਿਆਂ ਦੀ ਉਮਰ ਜਿਹੜੀ ਜੀ ਤਕਰੀਬਨ 35 ਕੁ ਸਾਲ ਤੋਂ ਜ਼ਿਆਦਾ ਕਿਸੇ ਦੀ ਨਹੀਂ ਹੈਗੀ, 20 ਤੋਂ 35 ਸਾਲ, 22-35 ਸਾਲ ਉਮਰ ਆਉਣ ਦੀ, ਯੰਗ ਆ ਸਾਰੇ। ਉਹਨਾਂ ਦੇ ਖਿਲਾਫ ਬਰੈਂਪਟਨ ਵਿੱਚ, ਮਿਸੀਸਾਗਾ 'ਚ, ਯੂਰਪ ਦੇ ਵਿੱਚ, ਯਾਨੀ ਜਿਹੜਾ ਟੋਟਲ ਓਨਟਾਰੀਓ ਹੈਗਾ ਉਹਦੇ 'ਚ ਕੇਸ ਦਰਜ ਹੋਏ ਜੀ। ਇੱਥੋਂ ਤੱਕ ਵੀ ਅਖਬਾਰਾਂ ਦੇ ਵਿੱਚ ਜਾਂ ਟੀਵੀ ਚੈਨਲ ਉੱਤੇ ਫੋਟੋ ਆਈਆਂ ਕਿ ਜਿਹੜੇ ਕੈਨੇਡਾ ਪੋਸਟ ਡਾਕਖਾਨਾ ਮਹਿਕਮਾ ਜਿਹੜਾ ਇੱਥੋਂ ਕੈਨੇਡਾ ਦਾ, ਉਹਦੇ ਜਿਹੜੇ ਬਾਕਸ ਹੈ, ਲੈਟਰ ਬਾਕਸ, ਉਹ ਵੀ ਤੋੜ ਕੇ ਉਹਦੇ ਵਿੱਚੋਂ ਚਿੱਠੀਆਂ ਕੱਢੀਆਂ ਹੋਣਗੀਆਂ ਜਿਨ੍ਹਾਂ ਕਿਸੇ ਦੇ ਸੋਸ਼ਲ ਇੰਸ਼ੋਰੈਂਸ ਨੰਬਰ ਹੋਣਗੇ, ਕਿਸੇ ਦਾ ਕੋਈ ਹੋਰ ਪ੍ਰਾਈਵੇਸੀ ਹੋਊਗੀ। ਇਸ ਤਰੀਕੇ ਦੇ ਮਾਮਲੇ ਦਰਜ ਹੁੰਦੇ ਪਏ ਆ। ਕੀ ਤੁਸੀਂ ਕਹੋਗੇ ਇਹ ਇਦਾਂ ਦਾ ਮਾਮਲਾ ਜਿਹੜਾ ਸਾਹਮਣੇ ਜਦੋਂ ਆਉਂਦਾ ਵਾ ਤੇ ਸ਼ਰਮ ਨਾਲ ਸਿਰ ਤੇ ਝੁਕਦਾ? ਇਹ ਜਿਹੜੇ ਨੌਜਵਾਨ ਇਹਨਾਂ ਕੰਮਾਂ 'ਚ ਪਏ ਹੋਏ ਆ, ਨਸ਼ਿਆਂ ਦੇ ਵਿੱਚ ਵੀ ਪਏ ਹੋਏ ਆ, ਵੱਡੇ ਵੱਡੇ ਕੇਸ ਇਹਨਾਂ ਤੇ ਹੁੰਦੇ ਪਏ ਆ। ਹੁਣ ਤੱਕ ਦੀਆਂ ਸਭ ਤੋਂ ਜ਼ਿਆਦਾ ਵੱਡੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨਸ਼ਿਆਂ ਦੇ ਮਾਮਲੇ ਦੇ ਵਿੱਚ ਵੀ, ਤੇ ਇਹਨਾਂ ਕੇਸਾਂ 'ਚ ਕੁੜੀਆਂ ਦੀ ਵੀ ਸ਼ਮੂਲੀਅਤ ਹੈ। ਹੈਰਾਨੀ ਵਾਲੀ ਗੱਲ ਹੈ ਕਿ ਕੁੜੀਆਂ ਵੀ ਇਹ ਮੁੰਡਿਆਂ ਦੇ ਨਾਲ ਮਿਲ ਕੇ ਤੇ ਇਹ ਕੰਮ ਕਰਨ ਲੱਗ ਪਈਆਂ। ਕੀ ਬਣੂਗਾ ਜੀ ਸਾਡੇ ਦੇਸ਼ ਦਾ ਜਾਂ ਪੰਜਾਬੀਆਂ ਦਾ? ਕਿੰਨਾ ਕੁ ਚਿਰ ਅਸੀਂ ਬਚਾਅ ਕਰਦੇ ਰਵਾਂਗੇ ਇੱਕ ਦੂਜੇ ਦਾ ਕਿ ਨਹੀਂ ਅਸੀਂ ਚੰਗੇ ਹੀ ਬਹੁਤ ਹਾਂ, ਸਾਡਾ ਤਾਂ ਵਿਰਸਾ ਹੀ ਬੜਾ ਤਕੜਾ, ਸਾਡਾ ਤਾਂ ਇਤਿਹਾਸ ਹੀ ਬੜਾ ਕੁਰਬਾਨੀਆਂ ਵਾਲਾ, ਪਰ ਆਹ ਜੋ ਕੁਛ ਕਰਤੂਤਾਂ ਸਾਹਮਣੇ ਆਉਂਦੀਆਂ ਪਈਆਂ ਦਾ ਕੀ ਬਣੂਗਾ ਜੀ? ਗੱਲ ਇਹ ਆ ਕਿ ਵਾਕਿਆ ਇਹ ਗੱਲਾਂ ਸ਼ਰਮਨਾਕ ਇਹਦੇ ਨਾਲ ਕਹਾਣੀ ਉਹ ਜੋ ਟਾਲੀ ਹੋਈ ਆ, ਉੱਤੇ ਪੁਲਿਸ ਨੇ ਹਜ਼ਾਰਾਂ ਹੀ ਟਨ ਕੋਕੀਨ ਫੜੀ ਹੈ। ਹਾਂਜੀ ਥੋੜੇ ਦਿਨ ਹੋਏ। ਉਹ ਜਿਹੜੇ ਟਰਾਲੇ ਆ, ਉਹ ਸਾਰਾ ਕੁਝ ਇਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਕਿਹਨਾਂ ਦੇ ਆ। ਉਹਦੇ ਵਿੱਚ ਵੱਡੀ ਪੱਧਰ ਦੇ ਉੱਤੇ ਪੰਜਾਬੀਆਂ ਦੀ ਸ਼ਮੂਲੀਅਤ ਜਿਹੜੀ ਹੈਗੀ ਆ ਉਹ ਹੋਣ ਜਾ ਰਹੀ ਹੈ। ਇਸੇ ਤਰ੍ਹਾਂ ਇੱਥੇ ਸੜੇ ਦੇ ਵਿੱਚ ਕੋਈ ਪਿਛਲੇ ਸਾਲ ਦੀ ਗੱਲ ਹੈ, ਪੁਲਿਸ ਨੇ ਇਕੱਠੇ ਹੋ ਕੇ, ਅਮਰੀਕਾ ਦੀ ਪੁਲਿਸ ਨੇ ਇਹਨਾਂ ਨੇ ਰਲ ਕੇ ਇੱਕ ਬਹੁਤ ਵੱਡੀ ਮੁਹਿੰਮ ਚਲਾਈ ਸੀ ਜਿਹਦੇ ਵਿੱਚ ਨਜਾਇਜ਼ ਹਥਿਆਰਾਂ ਦੇ ਜ਼ਖੀਰੇ ਫੜੇ ਗਏ ਸੀ। ਉਹਦੇ ਵਿੱਚ ਵੱਡੀ ਗਿਣਤੀ ਦੀ ਲਗਭਗ ਸਾਰੇ ਪੰਜਾਬੀ ਸੀ। ਔਰ ਨਾਲ ਹੀ ਇਹ ਵੀ ਸਾਬਤ ਹੋਇਆ ਕਿ ਜਿਹੜੇ ਪੰਜਾਬੀਆਂ ਨੇ ਇੱਥੇ ਆ ਕੇ ਪਹਿਲੇ ਸਮੇਂ 'ਚ ਮਿਹਨਤਾਂ ਕੀਤੀਆਂ, ਉਹਨਾਂ ਦੀ ਨਾਲ ਜਿਹੜੀ ਨਸਲ ਪੈਦਾ ਹੋਈ ਆ, ਉਹ ਕੰਮ ਹੀ ਇੱਦਾਂ ਦੇ 'ਚ ਪੈ ਗਏ। ਮਤਲਬ ਜਿਹਨਾਂ ਨੇ ਹਥਿਆਰ ਲਏ ਆ, ਫਾਇਰਿੰਗ ਹੋਣੀ ਇੱਥੇ ਹੋਈ ਜਾਂਦੀ ਹੈ ਇੱਦਾਂ ਦੀ ਫਾਇਰਿੰਗ ਤੇ ਰੋਜ਼ ਹੀ ਹੋਈ ਰਹਿੰਦੀ, ਵੈਨਕੂਵਰ 'ਚ ਵੀ, ਇੱਧਰ ਵੀ, BC ਦੇ ਵਿੱਚ, ਕਈ ਥਾਵਾਂ ਦੇ ਉੱਤੇ, ਐਕਸਪੋਰਟ ਦੇ ਵਿੱਚ। ਸੋ ਇਹ ਚੀਜ਼ਾਂ ਜਿਹੜੀਆਂ ਇਹ ਮਤਲਬ ਇਹੋ ਜਿਹੇ ਹਾਲਾਤ ਪੈਦਾ ਕਰ ਦਿੰਦੀਆਂ ਕਿ ਜਿਹੜੇ ਬੱਚੇ ਸੱਚਮੁੱਚ ਮਿਹਨਤ ਕਰ ਰਹੇ ਆ, ਦਿਨ ਰਾਤ ਇੱਕ ਕਰ ਰਹੇ ਆ, ਉੱਥੇ ਜ਼ਮੀਨਾਂ ਵੇਚ ਕੇ, ਉੱਥੇ ਬਹੁਤ ਵੱਡੇ ਜਿਹੜੇ ਮਤਲਬ ਆਪਣੇ ਮਾਂ ਪਿਓ ਨੂੰ ਕਰਜ਼ਿਆਂ 'ਚ ਫਸਾ ਕੇ ਇੱਥੇ ਪਹੁੰਚੇ ਨੇ, ਉਹਨਾਂ ਨੂੰ ਵੀ ਬਰਦਾਸ਼ਤ ਕਰਦੇ। ਔਰ ਇੱਥੇ ਜਿਹੜਾ ਸਰਕਾਰ ਦਾ ਸਿਸਟਮ ਆ ਸਾਰਾ, ਉਹ ਵੀ ਇਹ ਸੋਚਣ ਲੱਗ ਗਿਆ ਕਿਉਂਕਿ ਇੱਥੇ ਬੜਾ ਮਤਲਬ ਇੱਕ ਵਧੀਆ ਸਿਸਟਮ ਸੀ, ਹੋਣਾ ਵੀ ਚਾਹੀਦਾ ਹੈ। ਫੇਸ ਕਰਦੇ ਸੀ, ਤੁਸੀਂ ਕੋਈ ਐਫੀਡੇਵਿਟ ਦੇ ਦਿਓ, ਉਹਦੇ ਤੇ ਮੰਨ ਲੈਂਦੇ ਸੀ ਵਾਕਿਆ ਜੋ ਬੋਲ ਰਹੇ ਸੱਚ ਬੋਲ ਰਹੇ, ਪਰ ਇਹ ਸੋਚਣ ਲਈ ਮਜਬੂਰ ਹੈ ਵੀ ਇਹਨਾਂ ਬਾਰੇ ਸੋਚੋ ਬੜੇ ਵੀ ਇਹ ਸੱਚ ਵੀ ਬੋਲ ਰਹੇ। ਹੁਣ ਕਰੋਨਾ ਦੇ ਸਮੇਂ ਦੇ ਵਿੱਚ ਵੀ ਜਿੰਨੀ ਏਡ ਦਿੱਤੀ ਗਈ ਹੈ ਉਹਦੇ ਵਿੱਚ ਵੱਡੀ ਪੱਧਰ ਦੇ ਉੱਤੇ ਇਹੋ ਜਿਹੇ ਲੋਕ ਵੀ ਜਿਹੜੇ ਏਰੀਆ 'ਚ ਬੈਠੇ ਤੇ ਉੱਥੇ ਪੈਸੇ ਲਈ ਗਏ, ਉਹ ਸਾਹਮਣੇ ਵੀ ਆ ਗਏ, ਨਾ ਹੁਣੇ ਵੀ ਉਹਨਾਂ ਦੇ ਉੱਤੇ ਕੇਸ ਵੀ ਚੱਲ ਰਿਹਾ ਹੈ। ਸੋ ਇਸ ਕਰਕੇ ਜਿਹੜੀ ਮਤਲਬ ਚੀਜ਼ ਵਾਪਰ ਰਹੀਆਂ ਆ, ਇਹਦੇ ਵਿੱਚ ਮੇਰਾ ਕਿਹਾ ਬ੍ਰੈਂਟਨ 'ਚ ਬੜਾ ਦੋਸਤ ਹੈ ਪੱਤਰਕਾਰ, ਮੈਂ ਉਹਨੂੰ ਇੱਕ ਫੋਨ ਤੇ ਵੀ ਕਿਹਾ, ਮੈਂ ਕਿਹਾ ਇਹ ਚੀਜ਼ਾਂ ਨਾ ਛਾਪੋ, ਇਹਨਾਂ ਵੇਚਦੇ ਇਹਦੇ ਕਿਹਨਾਂ ਕਰੀਏ ਕਿ ਅਸੀਂ ਨਹੀਂ ਛਾਪਾਂਗੇ, ਅੰਗਰੇਜ਼ੀ ਵਾਲਾ ਛਾਪ ਦਿੰਦੇ ਫਿਰ ਕੀ ਕਰੀਏ। ਅੱਛਾ ਖੈਰ ਉਹ ਆਪਣੇ ਨਾਲ ਸੱਚਾ ਸੀ, ਕਹਿੰਦਾ ਸਾਨੂੰ ਤੇ ਸ਼ਰਮ ਆਉਂਦੀ ਹੈ ਕਿ ਜਿਸ ਵੇਲੇ ਅਸੀਂ ਮਤਲਬ ਰਿਪੋਰਟਿੰਗ ਕਰਨ ਜਾਂਦੇ ਹਾਂ, ਦੂਸਰਾ ਕਰਦੇ ਲੋਕ ਪੁੱਛਦੇ ਆ ਇਹ ਲੋਕ ਸੋ ਇਹ ਚੀਜ਼ਾਂ ਜਿਹੜੀਆਂ ਨਾ ਇਹ ਹਾਲਾਤ ਬਹੁਤ ਮਾੜੇ ਤੇ ਕਰ ਰਹੇ ਆ ਔਰ ਇਹਨਾਂ ਨੂੰ ਲੈਸਨ ਵੀ ਮਿਲਣਾ। ਦੂਸਰੀ ਗੱਲ ਮੈਂ ਤੇ ਸਾਰੀ ਇਸ ਗੱਲ ਬਹੁਤ ਜੋੜਦਾ, ਬੜੀ ਹੈਰਾਨੀ ਵਾਲੀ ਆ, ਇੰਡੀਆ ਦੇ ਵਿੱਚ ਤੇ ਖਾਸ ਕਰਕੇ ਪੰਜਾਬ 'ਚ ਇੱਕ ਲੰਬਾ ਸਮਾਂ ਪਿਛਲੇ ਕੋਈ ਲਗਭਗ 10-15 ਸਾਲ ਤੋਂ ਇਹ ਹੁੰਦਾ ਸੀ ਕਿ ਇੱਥੋਂ ਮੁੰਡੇ ਜਾਂਦੇ ਆ, ਉੱਥੇ ਜਾ ਕੇ ਕੁੜੀਆਂ ਦਾ ਵਿਆਹ ਕਰਾ ਲੈਂਦੇ ਆ, ਇੱਧਰ ਉੱਧਰ ਉਹਨਾਂ ਨੂੰ ਲੈ ਫਿਰਦੇ ਆ, ਉਸ ਤੋਂ ਬਾਅਦ ਤੇ ਛੱਡ ਕੇ ਆਏ ਤੇ ਮੁੜ ਕੇ ਛੱਡਦੇ। ਬਹੁਤ ਸਾਰੀਆਂ ਕੁੜੀਆਂ ਇਕੱਠੀਆਂ ਹੋ ਕੇ ਕਦੇ ਰਾਮੂ ਵਾਲੀ ਕੋਲ, ਕਦੇ ਭਗਵੰਤ ਮਾਨ ਕੋ, ਕਈਆਂ ਕੋ ਏਦਾਂ ਕਰਦੇ ਆ ਔਰ ਬਹੁਤ ਜ਼ਿਆਦਾ ਇਹਦਾ
ਕੇਸ ਕਰ ਲਈ, ਉਹਨਾਂ ਵਿਆਹ ਕਰਾ ਲਿਆ, ਉਸ ਤੋਂ ਬਾਅਦ ਦੇ ਵਿੱਚ 20 ਲੱਖ 30 ਲੱਖ 40 ਲੱਖ 50 ਲੱਖ ਤੱਕ ਖਰਚੇ ਕਰਵਾਏ ਉਹਨਾਂ ਦੇ। ਇੱਥੇ ਪੜ੍ਹਦੇ ਆਈਆਂ, ਇੱਥੇ ਆ ਕੇ ਤੇ ਮਤਲਬ ਬਜਾਏ ਤੇ ਕਿ ਉਹਨਾਂ ਨੂੰ ਸੱਦਦੀਆਂ, ਕਿਸੇ ਨੇ ਸੱਦਿਆ ਨਹੀਂ, ਉਹਨਾਂ ਫੋਨ ਵੀ ਬੰਦ ਕਰ ਲਏ ਤੇ ਉਹਨਾਂ ਨੂੰ ਟਾਟਾ ਕਹਿਤਾ ਵੀ ਅਸੀਂ ਕੋਈ ਕੁਛ ਨਹੀਂ ਦੇਣਾ, ਤੁਹਾਡਾ ਤੁਰੇ ਬੜੇ ਜਿੱਥੇ ਬਣ। ਸੋ ਉਹਨਾਂ ਦੇ ਵਿੱਚ ਘਰ ਬਰਬਾਦ ਹੋ ਗਏ। ਕਈ ਨੌਜਵਾਨਾਂ ਨੇ ਖੁਦਕੁਸ਼ੀ ਕੀਤੀ ਪੰਜਾਬ 'ਚ, ਇਹ ਬਹੁਤ ਸਾਰੀਆਂ ਰਿਪੋਰਟਾਂ। ਔਰ ਪੰਜਾਬ ਦੇ ਵਿੱਚ ਹੀ ਇਕੱਲੇ ਤੇ 3000 ਕੇਸ, 3000 ਕੁੜੀਆਂ ਜਿਹੜੀਆਂ ਇੱਥੇ ਪਹੁੰਚੀਆਂ, ਜਿਹੜਾ ਆ ਕੇ ਠੱਗੀ ਮਾਰੀ, ਬਹੁਤ ਵੱਡੀ ਕਦਰ ਦੇ ਉੱਤੇ ਲੱਖਾਂ ਰੁਪਈਆ ਲੈ ਲਿਆ ਤੇ ਉਹਨਾਂ ਦੇ ਮਾਂ ਪਿਓ ਕੋਲ ਜਦੋਂ ਜਾਂਦੇ ਆ, ਪੁਲਿਸ ਨੂੰ ਜਾ ਕੇ ਦੱਸਦੇ ਆ, ਉਹ ਕਹਿੰਦੇ ਜੀ ਸਾਡਾ ਕੀ ਕਸੂਰ ਹੈ, ਕੁੜੀ ਕੈਨੇਡਾ ਚਲੇਗੀ, ਜਦੋਂ ਉਹਦਾ ਕਦੀ ਫੋਨ ਆਊਗਾ ਤੇ ਅਸੀਂ ਗੱਲ ਕਰ ਲਾਂਗੇ, ਉਹਦੇ ਚ ਕਰ ਕੁਛ ਨਹੀਂ ਸਕਦੇ। ਉਹਨਾਂ ਸਿੱਧਾ ਕਈਆਂ ਦੀਆਂ ਜ਼ਮੀਨਾਂ ਵੇਚੀਆਂ, ਕਈ ਮੁੰਡਿਆਂ ਦੇ ਕੈਰੀਅਰ ਬਰਬਾਦ ਹੋ ਗਏ, ਅਰਧ ਪਾਗਲਾਂ ਦੀ ਤਰ੍ਹਾਂ ਤੁਰੇ ਫਿਰਦੇ ਆ। ਤੇ ਇਹ ਟ੍ਰੈਂਡ ਜਿਹੜਾ ਚੱਲਿਆ, ਇਹਦੇ ਤੇ ਵੀ ਜਿਹੜਾ ਉਹ ਚੈੱਕ ਲੱਗਣਾ ਚਾਹੀਦਾ। ਮੈਂ ਤਾਂ ਇਹ ਵੀ ਸੋਚਦਾ ਹਾਂ ਕਿ ਇੱਥੇ ਸਾਰੇ ਆਪਣੇ ਮੀਡੀਆ ਨੂੰ ਇਹ ਜ਼ਰੂਰ ਅਗਾਹ ਕੀਤਾ ਜਾਵੇ ਕਿ ਇਹੋ ਜਿਹੀਆਂ ਨਸਲਾਂ ਜਿਹੜੀਆਂ ਇੱਥੇ ਪਹੁੰਚੀਆਂ ਆ, ਠੱਗੀਆਂ ਮਾਰ ਕੇ ਉਹਨਾਂ ਨੂੰ ਟ੍ਰੇਸ ਕਰੋ, ਉਹਨਾਂ ਨੂੰ ਸੋਸ਼ਲੀ ਆਈਸੋਲੇਟ ਕਰੋ। ਠੀਕ ਹੈ ਜੀ। ਫਿਰ ਤੁਸੀਂ ਦੇਖੋ ਨਾ ਕਿ ਤੁਹਾਨੂੰ ਕੀ ਰਾਈਟ ਹੈ ਕਿ ਤੁਸੀਂ ਉੱਥੇ ਠੱਗੀ ਮਾਰੋ, ਮਾਰ ਕੇ ਤੇ ਵਿਆਹ ਕਰਾਓ, ਮੁੜ ਕੇ ਇੱਥੇ ਆ ਜਾਓ ਤੇ ਸਾਰਿਆਂ ਨੂੰ ਬਦਨਾਮ ਕਰੋ। ਹਾਂਜੀ, ਬੇਸ਼ੱਕ ਮੁੰਡਾ ਦਿਮਾਗ 'ਚ ਕੀ ਚੱਲਦਾ ਹਾਂਜੀ। ਕਿ ਕੈਨੇਡਾ ਇੱਕ ਇਹੋ ਜਿਹਾ ਦੇਸ਼ ਹੈ ਜੀ ਜਿਹੜਾ ਵੀ ਠੱਗ ਚੋਰੀ ਕਰਕੇ ਬੇਈਮਾਨੀ ਕਰਕੇ ਉੱਥੇ ਚੱਲ ਜਾਏ, ਉਹਨੂੰ ਅਸੀਂ ਗਾਲੀ ਕੁਛ ਨਹੀਂ ਸਕਦੇ। ਉਹ ਉਲਟਾ ਬੋਲ ਕਰਦੀ ਹੈ, ਇਹਦੇ ਤੇ ਕਾਨੂੰਨ ਲਗਾ ਜੋ ਅਸੀਂ ਕਵਾਂਗੇ ਉਹ ਹੋਣਾ। ਜੇ ਕਿਸੇ ਨੂੰ ਸੱਦ ਲਿਆ, ਕੁਛ ਮੁੰਡੇ ਜੇ ਆ ਵੀ ਗਏ ਤੇ ਸੱਦ ਕੇ ਉਹਨੂੰ ਭਜਾਤਾ ਘਰੋਂ ਬਾਹਰ ਦੌੜ ਜਾਂਦੇ, ਕੁਛ ਨਹੀਂ ਅਸੀਂ ਦੇਣਾ ਕਿਸੇ ਦਾ। ਤੇ ਉਹ ਰੋਜ਼ੇ ਕਰਦੇ ਤੁਰੇ ਫਿਰਦੇ ਆ, ਰੋਜ਼ ਇੱਦਾਂ ਦੀਆਂ ਰਿਪੋਰਟਸ ਆ ਰਹੀਆਂ। ਤੇ ਇਹਨਾਂ ਲੋਕਾਂ ਨੇ ਇਹ ਇੱਥੇ ਦੇ ਜਿਹੜੇ ਰਹਿਣ ਵਾਲੇ ਸੋਚਦੇ ਵੀ ਇਹ ਕੰਮ ਹੀ ਇੱਦਾਂ ਦੇ ਕਰਦੇ। ਹੁਣ ਤੁਸੀਂ ਦੇਖੋ ਨਾ ਕਿ ਕੁੜੀਆਂ ਦਾ ਇੱਥੇ ਆ ਕੇ ਜੀ ਸਾਰਾ ਅਸੀਂ ਆਜ਼ਾਦ ਹੋ ਗਈਆਂ, ਕਾਹਦੀ ਕਰਦੀ ਇਹਨਾਂ ਵਿੱਚੋਂ ਨਸਲਾਂ ਜਿਹੜੀਆਂ ਜਾ ਕੇ ਸਮਗਲਿੰਗ ਕਰਦੀਆਂ ਫਿਰ। ਔਰ ਜਿਹੜਾ ਦਾ ਮਤਲਬ ਕਾਲਾ ਧਾਰ ਜਿਹੜਾ ਲੱਗ ਰਿਹਾ। ਸੋ ਇਸ ਕਰਕੇ ਸਾਰੀ ਕਮੇਟੀ ਨੂੰ ਔਰ ਖਾਸ ਕਰਕੇ ਜਿਹੜੇ ਸਾਡੇ ਇੱਥੇ MLA MP ਬਣੇ ਹੋਏ ਆ, ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਲੋਕ ਅਗਾਹ ਕਰਨ ਵੀ ਕੌਣ ਕਿੱਥੇ ਆਈ ਹੈ, ਕੀ ਕਰ ਰਹੀ ਹੈ, ਉਹਨੂੰ ਵੀ ਪੂਰਾ ਟ੍ਰੇਸ ਕਰਕੇ ਪੂਰਾ ਮੀਡੀਆ ਵੀ ਕਰੇ। ਔਰ ਮੈਂ ਇਹ ਵੀ ਤੁਹਾਨੂੰ ਇਹ ਮਤਲਬ ਰਿਕੁਐਸਟ ਕਰੂੰਗਾ ਕਿ ਜੇ ਸਾਡੇ ਜਿੰਨੇ ਵੀ ਇੱਥੇ ਇੰਡੀਆ 'ਚ ਬੈਠੇ ਆ, ਉਹ ਟ੍ਰੇਸ ਕਰਕੇ ਇਹਨਾਂ ਦੇ ਕੇਸ ਲਿਆਉਂਦੇ ਆ ਤੇ ਸਾਨੂੰ ਇਹਦੇ ਨਿਊਜ਼ ਐਂਡ ਵਿਊਜ਼ ਵਿੱਚ ਵੀ ਇਹਨਾਂ ਨੂੰ ਐਕਸਪੋਜ਼ ਕਰਦੇ ਰਹਿਣਾ ਚਾਹੀਦਾ। ਬਿਲਕੁਲ ਜੀ। ਕਿਉਂਕਿ ਕੋਈ ਮਾਫ ਕਰਨ ਯੋਗ ਨਹੀਂ ਹੈ। ਹਾਂਜੀ, ਚਾਹੇ ਮੁੰਡਾ ਚਾਹੇ ਕੁੜੀ, ਜਿਹੜਾ ਵੀ ਇਸ ਤਰੀਕੇ ਨਾਲ ਚੀਟ ਕਰਦਾ ਹੈ, ਹਾਂਜੀ, ਉਹਦੇ ਬਾਰੇ ਜ਼ਰੂਰ। ਇੱਥੇ ਇਹੋ ਜਿਹੇ ਕੇਸ ਹੈ ਜਿਹੜੇ ਇੱਕ ਬੱਚੇ ਹੋ ਗਏ। ਹਾਂਜੀ, ਬਿਲਕੁਲ। ਆਪਣੇ ਨਾਲ ਸਿੱਧੇ ਦੌੜ ਗਈਆਂ। ਹਾਂਜੀ, ਮਤਲਬ ਕੀ ਕਹਿੰਦਾ ਇੱਥੇ ਦੀ ਆਈਆਂ ਇੱਥੇ ਆਉਣ ਲਈ ਦੱਸੋ ਕਿੱਡੀ ਵਾਰ ਤੋਂ ਜਿਹੜੀ ਇਹ ਵਿਆਹ ਜਿਹੜਾ ਹੈਗਾ ਇਹ ਵਪਾਰ ਬਣ ਗਿਆ। ਬਿਲਕੁਲ। ਬਾਬੇ ਨੂੰ ਵੀ ਚਾਹਾਂਗੇ ਜਿਹੜੇ ਕਹਿੰਦੇ ਸੀ ਕੁੜੀ ਲੰਘ ਗਈ, ਅਸੀਂ ਲੰਘ ਜਾਵੇ, ਕੋਈ ਸ਼ਰਮ ਕਰੋ ਇਸ ਗੱਲ ਤੇ। ਤੁਸੀਂ ਦੇਖੋ, ਤੁਸੀਂ ਕੈਨੇਡਾ ਆਉਣਾ ਮਤਲਬ ਆਪਣੇ ਪੂਰੇ ਕਾਨੂੰਨੀ ਤੌਰ ਤੇ ਆਓ। 100 ਤਰੀਕੇ ਜੀ। ਕੈਨੇਡਾ ਬੈਠੇ ਪੀਆਰ ਮਿਲ ਸਕਦੀ ਹੈ ਜੇ ਯੋਗਤਾ ਉਹਦੇ ਚ ਯੋਗਤਾ ਹੀ ਹੈ ਨਹੀਂ ਤਾਂ ਫਿਰ ਇੱਥੇ ਕੰਮ ਕੀ ਆਉਣਾ। ਬਿਲਕੁਲ। ਹਾਂਜੀ। ਅਗਰ ਜੀ ਮੁੰਡਾ ਪੜ੍ਹ ਨਹੀਂ ਸਕਦਾ, ਜੀ ਮੁੰਡੇ ਦੀ ਅਕਲ ਇੰਨੀ ਨਹੀਂ ਤਾਂ ਉਹ ਰਹਿਣ ਦੇ ਉੱਥੇ। ਇੱਥੇ ਆ ਕੇ ਕੀ ਕਰਨਾ? ਇੱਥੇ ਠੱਗੀਆਂ ਮਾਰਦੇ ਆ, ਬੇਈਮਾਨੀਆਂ ਕਰਦੇ। ਪੱਟੀ ਸਾਹਿਬ, ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਤੁਸੀਂ ਸਮਾਂ ਕੱਢਿਆ ਔਰ ਬੜੇ ਬਹੁਮੁੱਲੇ ਵਿਚਾਰ ਦਿੱਤੇ ਹੈਗੇ ਆ ਔਰ ਖਬਰਾਂ ਦੇ ਉੱਤੇ ਚੀਰ ਫਾੜ ਕੀਤੀ, ਆਪਣੇ ਵਿਚਾਰ ਦਿੱਤੇ ਹੈਗੇ ਆ। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਕਰਦੇ ਜੀ। ਥੈਂਕ ਯੂ ਵੈਰੀ ਮਚ। ਓਕੇ ਜੀ, ਤੁਹਾਡਾ ਸ਼ੁਕਰੀਆ, ਬਹੁਤ ਬਹੁਤ ਸੁਣਨ ਵਾਲਿਆਂ ਦਾ ਸ਼ੁਕਰੀਆ ਜੇ ਸਾਰੇ ਸੁਣਦੇ ਹੋਣਗੇ। ਥੈਂਕ ਯੂ।